स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। करनी सी कुंदन सेट, जड़ाऊ सेट, पोलकी सेट, हीरे वाले सेट, लाइट वेट सेट लैन देन नू कड़े, चूड़ियां, नगा वालियां मुंदरियां, झुमके वालियां। हाय मैं कित्थे जावांगी? ओ जी तुसी सीधा एसी ज्वेलर जाओ जिन्हां कोल ने 22 कैरेट गोल्ड दे गहणे दी लेटेस्ट ते लार्ज वैरायटी औरतां मर्दां ते बच्चियां लई। एसी ज्वेलर्स तो तुसी सिल्वर डायमंड ज्वेलरी भी ले सकदे हो। एसी ज्वेलर ते हर हफ्ते नवी शिपमेंट आउंदी है। तुहाडे साइज अते तुहाडे पसंद दे गहणे 2 हफ्तियां विच तैयार करवा के दिंदे ने। एसी ज्वेलर तो तुसी रिपेयर भी करवा सकदे हो। 24 कैरेट ते गोल्ड बिस्किट खरीद अते वेच भी सकदे हो। 25416 104th एवेन्यू साउथ ईस्ट कैंट। कॉल 253 656 2668 यानी 253 656 2666। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोल दिया, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 या quicktrucklube.com। QTL because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਫਿਰ ਤੋਂ ਟਿਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਟਿਲਰ ਸਾਹਿਬ ਕਹਿੰਦੇ ਈਡੀ ਤਾਂ ਪੰਜਾਬ 'ਚ ਆ ਕੇ ਵੀ ਐਕਸਾਈਜ਼ ਪਾਲਿਸੀ ਦੇ ਮਾਮਲੇ ਦੇ ਵਿੱਚ ਅਫਸਰਾਂ ਦੇ ਘਰਾਂ ਦੇ ਜਿਹੜੇ ਆ ਬਿਸਤਰੇ ਫਰੋਲਣ ਲੱਗ ਪਈ ਹੈ। ਬਿਲਕੁਲ ਪਤਾ ਹੀ ਸੀ ਇਸ ਗੱਲ ਦਾ, ਕਿਉਂਕਿ ਜਦੋਂ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਤਿਆਰ ਕੀਤੀ ਹੈ, ਉਸ ਐਕਸਾਈਜ਼ ਪਾਲਿਸੀ ਨੂੰ ਲੈ ਕੇ ਥੋੜ੍ਹੀ ਬਹੁਤੀ ਚੁੰਝ ਚਰਚਾ ਹੋਣ ਲੱਗੀ ਜੀ। ਉਸੇ ਵੇਲੇ ਦਿੱਲੀ ਦੇ ਚੀਫ ਸੈਕਟਰੀ ਨੇ ਇੱਕ ਰਿਪੋਰਟ ਬਣਾ ਕੇ ਗਵਰਨਰ ਕੋਲ ਭੇਜਤੀ, ਜਿਹੜਾ ਲੈਫਟੀਨੈਂਟ ਗਵਰਨਰ ਹੈ ਉੱਥੋਂ ਦਾ ਜੀ। ਲੈਫਟੀਨੈਂਟ ਗਵਰਨਰ ਨੇ ਉਹਦੇ ਤੇ ਅਮਲ ਕਰਦਿਆਂ ਕੁਝ ਅਫਸਰਾਂ ਨੂੰ ਸਸਪੈਂਡ ਕਰਤਾ ਸੀ ਜਿਹੜੇ ਇਹਦੇ ਵਿੱਚ ਇਨਵੋਲਵ ਸੀ ਜੀ, ਸ਼ਰਾਬ ਪਾਲਿਸੀ 'ਚ ਬਣਾਉਣ ਤੇ। ਔਰ ਦੂਸਰੇ ਹੀ ਉਹਨਾਂ ਨੇ CBI ਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਇਹਦੀ ਪੜਤਾਲ ਕਰੋ। CBI ਹਾਲੇ ਉਹਦੀ ਪੜਤਾਲ ਕਰੀ ਜਾਂਦੀ ਹੈ। ਕੇਸ ਰਜਿਸਟਰ ਹੋ ਗਿਆ। ਨੰਬਰ 1 ਦੇ ਉੱਤੇ ਮਨੀਸ਼ ਸਿਸੋਦੀਆ ਦਾ ਨਾਂ ਹੈ ਤੇ ਗੱਲ ਆਪਾਂ ਕੱਲ੍ਹ ਵੀ ਕੀਤੀ ਸੀ ਜੀ ਕਿ 13 ਨੰਬਰ ਦੇ ਉੱਤੇ ਜਿਸ ਸ਼ਨੀ ਮਰਵਾਹਾ ਦਾ ਨਾਂ ਹੈ, ਉਹਦੇ ਬਾਪ ਨੇ ਕੋਈ ਕਿਸੇ ਨਾਲ ਗੱਲਬਾਤ ਕਰਦਾ ਸੀ, ਉਹਦੀ ਰਿਕਾਰਡਿੰਗ ਹੋ ਗਈ, ਸਟਿੰਗ ਹੋ ਗਿਆ ਜੀ। ਔਰ ਉਹ ਸਟਿੰਗ ਭਾਰਤੀ ਜਨਤਾ ਪਾਰਟੀ ਦੇ ਤੇਜ਼ ਤਰਾਰ ਲੀਡਰ ਸੰਬਤ ਪਾਤਰਾ ਨੇ ਜਨਤਕ ਕਰਤਾ। ਜਨਤਕ ਕਰਨ ਤੋਂ ਬਾਅਦ ਬੇਸ਼ੱਕ ਮਨੀਸ਼ ਸਿਸੋਦੀਆ ਦਾ ਬਿਆਨ ਆ ਗਿਆ ਸੀ ਕਿ ਇਹ ਜਿਹੇ ਤਾਂ ਬੜੇ ਸਟਿੰਗ ਹੈ, ਮੇਰੇ ਕੋਲ ਵੀ ਪਏ ਆ, ਮੈਂ ਵੀ ਕਰ ਦੂੰਗਾ। ਲੇਕਿਨ ਉਹ ਤੋਂ ਬਾਅਦ ਗੱਲ ਅੱਗੇ ਨਹੀਂ ਤੁਰੀ ਜੀ। ਗੱਲ ਉੱਥੇ ਦੀ ਉੱਥੇ ਰਹਿ ਗਈ। ਲੱਗਦਾ ਸੀ ਇਸ ਤਰ੍ਹਾਂ। ਸਗੋਂ ਮਨੀਸ਼ ਸਿਸੋਦੀਆ ਨੇ ਇੱਕ ਹੋਰ ਗੱਲ ਕਹਿ ਦਿੱਤੀ, ਕਹਿੰਦੇ ਜੀ ਜਿਹੜੇ ਉਹ CBI ਦੇ
ਇੱਕ ਲਾ ਆਫੀਸਰ ਮਰੇ ਸੀ, ਉਹਦੀ ਮੌਤ ਦਾ ਕਾਰਨ ਹੀ ਆਤਮ ਹੱਤਿਆ ਉਹਨੇ ਤਾਂ ਕੀਤੀ ਹੈ ਕਿਉਂਕਿ ਉਹਦੇ ਤੇ ਪ੍ਰੈਸ਼ਰ ਬਿਲਡ ਕੀਤਾ ਜਾਂਦਾ ਸੀ ਕਿ ਉਹ ਮੇਰੇ ਤੇ ਕੇਸ ਬਣਾਵੇ। ਕੇਸ ਉਹ ਤੋਂ ਪਹਿਲਾਂ ਹੀ ਬਣ ਚੁੱਕਿਆ ਸੀ ਜੀ। CBI ਨੇ ਵੀ ਇਸ ਗੱਲ ਦਾ ਖੰਡਨ ਕਰਤਾ ਕਿ ਉਹਦਾ ਇਸ ਕੇਸ ਨਾਲ ਲਾਗਾ ਦੇਗਾ ਨਹੀਂ ਸੀ। ਹੁਣ CBI ਤੇ ED ਦੋ ਹੈ। ਕਿਸੇ ਜ਼ਮਾਨੇ 'ਚ ਸਮਝਿਆ ਜਾਂਦਾ ਸੀ ਕਿ CBI ਬਹੁਤ ਪਾਵਰਫੁਲ ਹੈ, ਲੇਕਿਨ ਅੱਜ ਦੇ ਜ਼ਮਾਨੇ ਦੇ ਵਿੱਚ ਦੇਖੀਏ ਆਪਾਂ ਤੇ ਅੱਜ CBI ਉਨੀ ਪਾਵਰਫੁਲ ਨਹੀਂ ਰਹੀ ਜਿੰਨੀ ਪਾਵਰਫੁਲ ED ਹੈ। ਵੈਸੇ ਵੀ ਪੰਜਾਬ ਜਿਹੜੀ ਉੱਥੇ ਐਕਸਾਈਜ਼ ਪਾਲਿਸੀ ਬਣੀ ਸੀ, ਉਸ ਐਕਸਾਈਜ਼ ਪਾਲਿਸੀ ਦਾ ਜਦੋਂ ਰੌਲਾ ਪੈ ਗਿਆ ਜੀ ਤੇ ਨਾਲ ਦੀ ਨਾਲ ਹੀ ਦਿੱਲੀ ਦੀ ਸਰਕਾਰ ਨੇ ਉਹ ਐਕਸਾਈਜ਼ ਪਾਲਿਸੀ ਵਾਪਸ ਲੈ ਲਈ। ਪੁਰਾਣੇ ਰੇਟ ਦੇ ਉੱਤੇ ਪੁਰਾਣੀਆਂ ਦੁਕਾਨਾਂ ਜਿਹੜੀਆਂ ਸੀ, ਸਰਕਾਰੀ ਦੁਕਾਨਾਂ ਸੀ, ਉਹ ਸ਼ੁਰੂ ਕਰਤੀਆਂ। ਇੱਥੇ ਜਦੋਂ ਰੌਲਾ ਉੱਥੇ ਰੌਲਾ ਪੈ ਗਿਆ ਤੇ ਰੌਲਾ ਇੱਥੇ ਵੀ ਪੈ ਗਿਆ। ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗਵਰਨਰ ਨੂੰ ਮਿਲਦੇ ਹੈ ਜੀ। ਗਵਰਨਰ ਸਾਹਿਬ ਨੂੰ ਮਿਲ ਕੇ ਉਹ ਬੇਨਤੀ ਕਰਦੇ ਆ ਕਿ ਤੁਸੀਂ ਵੀ CBI ਜਾਂਚ ਦੇ ਆਰਡਰ ਕਰ ਦਿਓ ਜੀ। ਹਾਲਾਂਕਿ ਇਹ ਪਤਾ ਹੈ ਕਿ ਲੈਫਟੀਨੈਂਟ ਗਵਰਨਰ ਕੋਲ ਪਾਵਰਾਂ ਵੱਧ ਹੈ, ਕਿਉਂਕਿ ਉੱਥੇ ਸਰਕਾਰ ਅਧੂਰੀ ਹੈ, ਪੂਰੀ ਨਹੀਂ ਜੀ। ਉਹ ਇੱਕ ਯੂਨੀਅਨ ਟੈਰੀਟਰੀ ਦੀ ਸਰਕਾਰ ਹੈ ਜਿਹੜੀ ਅਸੈਂਬਲੀ ਦੇ ਕੋਲੇ ਵੀ ਕੋਈ ਪਾਵਰਾਂ ਨਹੀਂ ਹੈ। ਸੁਪਰੀਮ ਕੋਰਟ ਦੇ ਵਿੱਚ ਮਾਮਲਾ ਹਾਲੇ ਵੀ ਪੈਂਡਿੰਗ ਹੈ ਜੀ। ਇਸ ਕਰਕੇ ਉੱਥੇ ਜਿਹੜਾ ਇੱਕ ਫੈਸਲੇ ਦੇ ਰਾਹੀਂ, ਇੱਕ ਮਤੇ ਦੇ ਰਾਹੀਂ ਪਾਰਲੀਮੈਂਟ ਦੇ ਵਿੱਚੋਂ ਸਾਰੀਆਂ ਪਾਵਰਾਂ ਜਿਹੜੀਆਂ ਐਗਜ਼ੈਕਟਿਵ ਪਾਵਰਾਂ ਉਹ ਲੈਫਟੀਨੈਂਟ ਗਵਰਨਰ ਨੂੰ ਦਿੱਤੀਆਂ ਸੀ। ਪੰਜਾਬ ਦੇ ਵਿੱਚ ਗਵਰਨਰ ਜਿਹੜਾ ਹੈਗਾ ਉਹ ਰਾਸ਼ਟਰਪਤੀ ਦਾ ਨੁਮਾਇੰਦਾ ਤਾਂ ਹੈ ਜੀ। ਉਹਦੇ ਕੋਲੇ ਯੂਨੀਅਨ ਟੈਰੀਟਰੀ ਚੰਡੀਗੜ੍ਹ ਦਾ ਚਾਰਜ ਵੀ ਹੈਗਾ ਜਿੱਥੇ ਉਹ ਐਡਮਿਨਿਸਟ੍ਰੇਟਿਵ ਫੈਸਲੇ ਲੈ ਸਕਦੇ ਹੈ। ਲੇਕਿਨ ਪੰਜਾਬ ਦੇ ਸੰਬੰਧ ਵਿੱਚ ਉਹ ਐਡਮਿਨਿਸਟ੍ਰੇਟਿਵ ਫੈਸਲੇ ਨਹੀਂ ਲੈ ਸਕਦੇ। ਲੇਕਿਨ ਇਹਨਾਂ ਨੇ ਡਿਮਾਂਡ ਕਰਤੀ। ਡਿਮਾਂਡ ਕੀਤੀ ਤਾਂ ਕੁਦਰਤੀ ਗੱਲ ਹੈ, ਅਖਬਾਰਾਂ ਦੇ ਵਿੱਚੋਂ ਖਬਰਾਂ ਪ੍ਰਕਾਸ਼ਿਤ ਹੋਣੀਆਂ ਸੀ ਜੀ। ਨਾਲ ਦੀ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਆਗੂ, ਉਹ ਵੀ ਗਵਰਨਰ ਸਾਹਿਬ ਨੂੰ ਮਿਲਦੇ ਤੇ ਉਹਨਾਂ ਨੇ ਵੀ ਕਿਹਾ ਜੀ ਇਹ ਤਾਂ ਬਹੁਤ ਵੱਡਾ ਸਕੈਂਡਲ ਹੈ, ਤੁਸੀਂ ਵੀ ਇਹਦੀ CBI ਦੀ ਜਾਂਚ ਕਰਵਾਓ ਜੀ। ਹੁਣ CBI ਨੇ ਤਾਂ ਜਾਂਚ, ਜੇ CBI ਦੀ ਜਾਂਚ ਦੇ ਆਰਡਰ ਗਵਰਨਰ ਸਾਹਿਬ ਦੇ ਵੀ ਦੇਣਗੇ, ਪੰਜਾਬ ਦੇ ਵਿੱਚ CBI ਆ ਹੀ ਨਹੀਂ ਸਕਦੀ ਕਿਉਂਕਿ ਜਿੰਨੀ ਦੇਰ ਨਹੀਂ ਪਹਿਲਾਂ ਇਹਦੇ ਤੇ ਪਾਬੰਦੀ ਲੱਗੀ ਹੋਈ ਹੈ। ਕੁਝ ਸਟੇਟਾਂ ਦੇ ਵਿੱਚ CBI ਦੇ ਉੱਤੇ ਆਉਣ ਤੇ ਪਾਬੰਦੀ ਲੱਗੀ ਹੈ। ਮੈਂ ਥੋੜਾ ਜਿਹਾ ਇਹ ਵੀ ਦੱਸ ਦਵਾਂ ਕਿ CBI ਦਿੱਲੀ ਪੁਲਿਸ ਐਕਟ ਦੇ ਮੁਤਾਬਕ ਬਣੀ ਹੋਈ ਹੈ। ਇਹਨੂੰ ਕਿਸੇ ਵੀ ਸਟੇਟ 'ਚ ਜਾਣ ਵਾਸਤੇ ਉੱਥੋਂ ਦੀ ਸਟੇਟ ਦੀ ਸਹਿਮਤੀ ਜ਼ਰੂਰੀ ਹੈ ਜੀ। ਜੇ ਸਟੇਟ ਸਹਿਮਤੀ ਨਹੀਂ ਦਿੰਦੀ, ਰਾਜ ਸਹਿਮਤੀ ਜਾਂ ਰਾਜ ਸਰਕਾਰ ਸਹਿਮਤੀ ਨਹੀਂ ਦਿੰਦੀ ਤਾਂ ਉਹ ਆ ਨਹੀਂ ਸਕਦੀ ਜੀ। ਲੇਕਿਨ ਪਿਛਲੇ ਸਮੇਂ 'ਚ ਜਦੋਂ ਬੰਗਾਲ ਦੇ ਵਿੱਚ ਜ਼ਿਆਦਾ ਮਮਤਾ ਬੈਨਰਜੀ ਦੇ ਉੱਤੇ ਸਕੰਜਾ ਕੱਸਿਆ, ਹਾਂਜੀ, ਉਹ ਤੋਂ ਬਾਅਦ ਮਮਤਾ ਬੈਨਰਜੀ ਨੇ ਵੀ ਪਾਬੰਦੀ ਲਾਤੀ ਸੀ ਤੇ ਪਾਬੰਦੀ ਜਿਹੜੀ ਹੈਗੀ ਹੈ CBI ਦੇ ਉੱਤੇ ਝਾਰਖੰਡ ਵਾਲੇ ਨੇ ਵੀ ਲਾਤੀ ਸੀ, ਪਾਬੰਦੀ ਸਤੀਸ਼ਗੜ੍ਹ ਵਾਲੇ ਨੇ ਵੀ ਲਾਤੀ ਸੀ, ਜਿੱਥੇ ਮਤਲਬ ਕਿ ਗੈਰ BJP ਸਰਕਾਰਾਂ ਸੀ। ਪੰਜਾਬ ਦੇ ਵਿੱਚ ਵੀ ਪਾਬੰਦੀ ਲੱਗੀ ਸੀ, ਸ਼ਾਇਦ ਰਾਜਸਥਾਨ 'ਚ ਵੀ ਲੱਗੀ ਹੋਵੇ। ਉਹਨਾਂ ਨੇ ਪਾਬੰਦੀ ਲਾਤੀ ਸੀ ਕਿ ਤੁਸੀਂ ਸਾਡੀ ਸਟੇਟ ਦੇ ਵਿੱਚ ਨਹੀਂ ਆ ਸਕਦੇ। ਹੁਣ ਜੇ CBI ਆਊਗੀ ਜੀ, ਇੱਕੋ ਰਾਹ ਉਹਦੇ ਕੋਲੇ ਆਉਣ ਦਾ ਕਿ ਜੇ ਅਦਾਲਤ ਹੁਕਮ ਦਿਓ ਜੀ। ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਹੁਕਮ ਤੋਂ ਬਗੈਰ CBI ਆ ਨਹੀਂ ਸਕਦੀ। ਸੋ ਜੇ ਹੁਣ ਆਪਾਂ ਦੇਖੀਏ CBI ਦੇ ਕੋਲ ਤਾਂ ਇੰਨੀਆਂ ਪਾਵਰਾਂ ਕਿ ਉਹਨੂੰ ਸਟੇਟ ਗਵਰਨਮੈਂਟ ਦੀ ਮਨਜ਼ੂਰੀ ਲੈਣੀ ਪੈਣੀ ਹੈ। ED ਜਿਹੜੀ ਹੈਗੀ ਹੈ, ED ਦੇ ਕੋਲ ਬਹੁਤ ਜਿਹੜੀਆਂ ਵਸੀਹ ਪਾਵਰਾਂ ਹੈ ਜੀ। ਔਰ ਇਹ ਪਾਵਰਾਂ ਜਿਹੜੀਆਂ ਹੈਗੀਆਂ ਜਦੋਂ ਦੇ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਆਈ ਹੈ, ਵੈਸੇ ਇਹ 'ਚ ਇੱਕ ਐਕਟ ਹੈ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜੀ, ਉਹਨੂੰ PMLA ਕੁਛ ਇਹ ਵੀ ਜਾ ਵੀ ਕਹਿ ਦਿੰਦੇ। ਉਹ ਐਕਟ ਜਦੋਂ ਬਣਾਇਆ ਸੀ, ਉਹ ਐਕਟ ਦੇ ਬਣਾਉਣ ਦਾ ਇੱਕ ਮਕਸਦ ਸੀ ਜੀ ਕਿ ਜਿਹੜੇ ਦਹਿਸ਼ਤਗਰਦ ਲੋਕ ਹੈ ਜਾਂ ਉਹ ਜਥੇਬੰਦੀਆਂ ਜਿਹੜੀਆਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਘਾਤਕ ਸਾਬਤ ਹੋ ਸਕਦੀਆਂ ਜੀ, ਜਿਨ੍ਹਾਂ ਜਥੇਬੰਦੀਆਂ ਦੇ ਉੱਤੇ ਪਾਬੰਦੀ ਲੱਗੀ ਪਈ ਹੈ ਔਰ ਜਿਨ੍ਹਾਂ ਜਥੇਬੰਦੀਆਂ ਨੂੰ ਵਿਦੇਸ਼ਾਂ ਦੇ ਵਿੱਚੋਂ ਪੈਸਾ ਆਉਂਦਾ ਹੈ ਜੀ, ਉਹਨਾਂ ਨੂੰ ਜਿਹੜਾ ਵਿਦੇਸ਼ਾਂ 'ਚੋਂ ਪੈਸਾ ਆਉਂਦਾ ਉਸ ਪੈਸੇ ਨੂੰ ਰੋਕਣ ਵਾਸਤੇ ਇਹ ਕਾਨੂੰਨ ਬਣਾਇਆ ਜਾਵੇ। ਇਸ ਕਾਨੂੰਨ ਜਿਹੜਾ PMLA ਆ ਗਿਆ, ਕਾਨੂੰਨ ਬਣ ਗਿਆ। ਕਾਨੂੰਨ ਦੇ ਥੱਲੇ ਬੰਦੇ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਬਿਲਕੁਲ, ਉਹਨੂੰ ਇਹ ਨਹੀਂ ਦੱਸਦੇ ਕਿ ਤੈਨੂੰ ਕਾਹਦੇ 'ਚ ਗ੍ਰਿਫਤਾਰ ਕੀਤਾ ਹੈ। ਉਹਨੂੰ ਪਹਿਲਾਂ ਕੋਈ ਮੌਕਾ ਨਹੀਂ ਮਿਲਦਾ ਕਿ ਬੰਦਾ ਐਂਟੀਸਿਪੇਟਰੀ ਬੇਲ ਵਾਸਤੇ ਚਲਾ ਜਾਵੇ। ਆਮ ਹਾਲਤਾਂ 'ਚ ਇਹ ਹੁੰਦਾ ਕਿ ਜੇ ਕੇਸ ਰਜਿਸਟਰ ਪਹਿਲਾਂ ਪੁਲਿਸ ਕਰਦੀ ਹੈ ਜੀ, ਫਿਰ ਇਨਵੈਸਟੀਗੇਸ਼ਨ ਕਰਦੀ ਹੈ। ਇੱਥੇ ਕੀ ਹੈ ਕਿ ਇਨਵੈਸਟੀਗੇਸ਼ਨ ਜਦੋਂ ਕੇਸ ਰਜਿਸਟਰ ਹੋ ਗਿਆ ਤੇ ਕੇਸ ਰਜਿਸਟਰ ਹੋਣ ਤੋਂ 24 ਘੰਟੇ ਦੇ ਵਿੱਚ ਜੀ ਜਿਹੜਾ ਤੁਹਾਨੂੰ ਆਪਣਾ FIR ਦੀ ਕਾਪੀ ਹੈ ਉਹ ਇਲਾਕਾ ਮੈਜਿਸਟਰੇਟ ਕੋਲ ਭੇਜਣੀ ਪੈਣੀ ਤੇ ਜੇ ਸ਼ਹਿਰ ਵਗੈਰਾ ਹੈਗਾ ਤਾਂ ਫਿਰ ਕੁਝ ਘੰਟਿਆਂ 'ਚ ਹੀ ਭੇਜਣੀ ਪੈਂਦੀ ਹੈ ਜੀ। ਉਹ ਗੱਲ ਲੀਕ ਹੋ ਜਾਂਦੀ ਹੈ ਕਿ ਬੰਦੇ ਦੇ ਖਿਲਾਫ FIR ਹੋ ਗਈ, ਉਹ ਐਂਟੀਸਿਪੇਟਰੀ ਬੇਲ ਵਗੈਰਾ ਲੈ ਲੈਂਦਾ। ਲੇਕਿਨ ਇਸ ਕਾਨੂੰਨ ਦੇ ਤਹਿਤ ਐਂਟੀਸਿਪੇਟਰੀ ਬੇਲ ਵੀ ਨਹੀਂ ਲਈ ਜਾ ਸਕਦੀ ਜੀ। ਇਸ ਕਾਨੂੰਨ ਦੇ ਤਹਿਤ ਜੇ ਤੁਹਾਨੂੰ ਰੈਗੂਲਰ ਜ਼ਮਾਨਤ ਵੀ ਚਾਹੀਦੀ ਹੈ, ਉਨੀ ਦੇਰ ਤੱਕ ਤੁਹਾਨੂੰ ਜ਼ਮਾਨਤ ਨਹੀਂ ਮਿਲ ਸਕਦੀ ਜਿੰਨੀ ਦੇਰ ਤੱਕ ED ਦਾ ਵਕੀਲ ਉੱਥੇ ਅਪੀਅਰ ਨਹੀਂ ਹੁੰਦਾ ਜਾਂ ED ਦਾ ਕੋਈ ਪ੍ਰਤੀਨਿਧ ਸਾਹਮਣੇ ਨਹੀਂ ਖੜਾ ਹੁੰਦਾ, ਉਹ ਆਪਣੀ ਗੱਲ ਨਹੀਂ ਕਹਿੰਦਾ ਜੀ। ਸੋ ਤਾਕਤਾਂ ਬੜੀਆਂ ਵਿਸ਼ਾਲ ਹੈ। ਹੁਣ ਇਹ ਕਿ ਕਿਹਾ ਤਾਂ ਇਹ ਜਾਂਦਾ ਭਾਵੇਂ ਜੀ
ਕਿ ਜਿਹੜੇ ਇਹ ਕੱਲ ਛਾਪੇ ਵੱਜੇ 40 ਥਾਵਾਂ ਤੇ ਛਾਪੇ ਵੱਜੇ Total। ਕੱਲੇ ਦਿੱਲੀ 'ਚ ਨਹੀਂ ਵੱਜੇ, ਹੋਰਾਂ ਹੋਰਾਂ ਚ ਸਟੇਟਾਂ 'ਚ ਵੀ ਵੱਜੇ। ਜਿੱਥੇ 40 ਜਿੱਥੇ ਤਾਰਾਂ ਜਾਂਦੀਆਂ 40 ਟਿਕਾਣੇ ਤੇ ਛਾਪੇ ਵੱਜੇ ਹੈ। ਔਰ ਉਹਨਾਂ 40 ਟਿਕਾਣਿਆਂ ਨੂੰ ਇਹ ਗੱਲ ਕਹੀ ਕਿ ਦਿੱਲੀ ਦਾ ਜਿਹੜਾ ਹੈਗਾ ਵਿਵਾਦ ਹੈ, ਸ਼ਰਾਬ ਵਿਵਾਦ, ਜੀ। ਉਹਦੇ ਨਾਲ ਸੰਬੰਧਿਤ ਹੈ। ਹੂੰ। ਲੇਕਿਨ ਜੇ ਪੰਜਾਬ 'ਚ ਦੇਖੀਏ ਤੇ ਪੰਜਾਬ 'ਚ ਜਿਹੜੇ 2 ਅਫਸਰਾਂ ਦੇ ਘਰੇ ਛਾਪੇ ਵੱਜੇ ਹੈ, ਜੀ ਉਹ 2 ਅਫਸਰ ਤਾਂ ਬਹੁਤ ਵੱਡੇ ਅਫਸਰ ਹੈ। ਉਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਰੇਡ ਹੁੰਦੀ ਹੈ ਉਹ ਸੈਕਟਰ 8 ਪੰਚਕੂਲਾ 'ਚ ਹੁੰਦੀ ਹੈ। ਹੂੰ। ਪੰਚਕੂਲਾ ਦੇ ਵਿੱਚ ਜਿਹੜੇ ਹੈਗੇ ਹੈ ਜਿਨ੍ਹਾਂ ਦੀ ਰਿਹਾਇਸ਼ ਹੈ ਉਹ ਪੰਜਾਬ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਜਿਹੜੇ ਹੈ ਜੁਆਇੰਟ ਡਾਇਰੈਕਟਰ ਹੈ। ਜੀ। ਜੁਆਇੰਟ ਡਾਇਰੈਕਟਰ ਹੈਗੇ ਵਰਜਲ ਵਰਨ ਰੂਜ਼ਮ। ਵਰਨ ਰੂਜ਼ਮ, ਹਾਂਜੀ, ਜਿਹੜੇ ਮਾਰਕਫੈਡ ਦੇ ਐਮਡੀ ਸੀ ਪਹਿਲਾਂ। ਹਾਂ, ਵਰਨ ਰੂਜ਼ਮ ਹੈ। ਵਰਨ ਰੂਜ਼ਮ ਪਹਿਲਾਂ ਉੱਥੇ ਰੇਡ ਕੀਤੀ, ਸਵੇਰੇ ਸਦਿਆਂ ਹੀ ਚਲੇ ਗਏ ਸੀ। 8-9 ਘੰਟੇ ਉੱਥੇ ਘੰਗਾਲੀ ਗਏ, ਉਹਨਾਂ ਦਾ ਘਰ ਉੱਥੋਂ ਦਾ ਉਹਨਾਂ ਨੇ ਕੁਛ ਕੀਤਾ ਕਰਾਇਆ। ਫਿਰ ਉਹ ਇਮੀਡੀਏਟ ਜਿਹੜੇ ਹੈਗੇ ਵਰਨ ਰੂਜ਼ਮ ਸਾਹਿਬ ਦੇ ਘਰ ਆ ਗਏ, ਉੱਥੇ ਰੇਡ ਪੈ ਗਈ। ਨਾ, ਵਰਨ ਰੂਜ਼ਮ ਦਾ ਹੀ ਕਿਹਾ ਨਾ ਆਪਾਂ ਉੱਥੇ ਪਹਿਲਾਂ ਪੰਚਕੂਲੇ ਪੈ ਗਈ। ਪੰਚਕੂਲੇ ਕਿਹਦੇ ਘਰੇ ਪਈ? ਪੰਚਕੂਲੇ ਜਿਹੜਾ ਹੈਗਾ ਮਿਸਟਰ ਕੋਈ ਸੁਰੇਸ਼ ਜਾਂ ਕੁਛ ਇਹੋ ਜਿਹਾ। ਅੱਛਾ, ਠੀਕ ਹੈ। ਮੈਂ ਕਹਿੰਦੇ ਵਰਨ ਰੂਜ਼ਮ ਨਹੀਂ, ਵਰਨ ਰੂਜ਼ਮ ਤਾਂ ਜਿਹੜੇ ਹੈਗੇ ਆ ਉਹ ਰਹਿੰਦੇ ਆ ਚੰਡੀਗੜ੍ਹ 'ਚ। ਚੰਡੀਗੜ੍ਹ 'ਚ, ਹਾਂਜੀ। ਉਹ ਚੰਡੀਗੜ੍ਹ ਦੇ ਵਿੱਚ ਰਹਿੰਦੇ ਆ। ਜਿਹੜੇ ਦੂਸਰੇ ਅਧਿਕਾਰੀ ਹੈ ਉਹ ਅਧਿਕਾਰੀ ਰਹਿੰਦੇ ਆ ਜਿਹੜੇ ਜੁਆਇੰਟ ਡਾਇਰੈਕਟਰ ਆਫ ਪੰਚਕੂਲੇ ਰਹਿੰਦੇ, ਉਹਨਾਂ ਦਾ ਨਾਂ ਵੀ ਕੁਛ ਹੈ ਜੀ। ਚਲੋ, ਹਾਂ, ਯਾਦ ਆ ਗਈ। ਹਾਂ, ਉਹ ਚਲੋ ਉਹ ਉਹਨਾਂ ਦੇ ਰੇਡ ਵੱਜੀ ਹੈ। ਹੂੰ। ਉਹਨਾਂ ਤੋਂ ਬਾਅਦ ਜਦੋਂ ਵਰਨ ਰੂਜ਼ਮ ਦੇ ਘਰ ਆਉਂਦੇ ਜੀ, ਵਰਨ ਰੂਜ਼ਮ ਦੇ ਘਰ ਵੀ ਆ ਕੇ ਉਹਨਾਂ ਨੇ ਤਲਾਸ਼ੀ ਲੈਣੀ ਸ਼ੁਰੂ ਕਰਤੀ। ਇਹਦੇ ਤੋਂ ਪਹਿਲਾਂ ਜੇ ਆਪਾਂ ਦੇਖੀਏ ਜੀ, ਤਾਂ ਇਹਦਾ ਪਤਾ ਲੱਗ ਗਿਆ ਸੀ ਦਫ਼ਤਰਾਂ 'ਚ, ਜੀ, ਜਿਹੜਾ ਆਪਣਾ ਸਰਕਾਰੀ ਦਫ਼ਤਰ, ਐਕਸਾਈਜ਼ ਐਂਡ ਟੈਕਸੇਸ਼ਨ ਦਫ਼ਤਰ ਹੈ ਜੀ, ਤੇ ਦਫ਼ਤਰਾਂ ਦੇ ਵਿੱਚ ਵੀ ਜਿਹੜੀ ਹੈਗੀ ਹੈ ਜੀ ਸੁੰਨ ਛਾ ਗਈ ਸੀ। ਸੁੰਨ ਸਾਉਣ ਦਾ ਮਤਲਬ ਕੀ ਸੀਗਾ ਕਿ ਜਿਹੜੇ ਅਧਿਕਾਰੀ ਸੀਗੇ, ਕਰਮਚਾਰੀ ਸੀ, ਉਹ ਆਪੋ ਆਪਣੇ ਘਰਾਂ ਨੂੰ ਚਲੇ ਗਏ। ਇੱਥੋਂ ਤੱਕ ਕਿ ਕੁਛ ਜਿਹੜੇ ਹੈਗੇ ਲੋੜੀ ਦੇ ਦਸਤਾਵੇਜ਼ ਵੀ ਜਿਹੜੇ ਚਾਹੀਦੇ ਸੀ ਉਹ ਵੀ ਗੱਡੀਆਂ ਰੱਖ ਕੇ ਜਾ ਵੜੇ। ਉਹ ਵੀ ਗੱਡੀਆਂ 'ਚ ਨਾਲ ਹੀ ਲੈ ਕੇ ਚਲੇ ਗਏ। ਇਹ ਗੱਲ ਕਰਦੇ ਹੁਣ ਇਹਦੇ ਤੇ ਹੈ ਵੀ ਜਿਹੜਾ ਇਲਜ਼ਾਮ ਲੱਗ ਰਿਹਾ ਹੈ, ਇਲਜ਼ਾਮ ਇਹ ਲੱਗ ਰਿਹਾ ਹੈ ਕਿ ਇਹ ਦੋਨੇ ਅਧਿਕਾਰੀ ਵਰਨ ਰੂਜ਼ਮ ਸਾਹਿਬ ਜੀ ਤੇ ਦੂਜੇ ਜਿਹੜੇ ਜੁਆਇੰਟ ਡਾਇਰੈਕਟਰ ਹੈ, ਜਿਹੜੀ ਪੰਜਾਬ ਵਾਲੀ ਸ਼ਰਾਬ ਪਾਲਿਸੀ ਬਣੀ ਹੈ ਜੀ, ਪੰਜਾਬ ਵਾਲੀ ਸ਼ਰਾਬ ਪਾਲਿਸੀ ਬਣਾਉਣ ਲਈ ਜਿਹੜੀ ਮੀਟਿੰਗ ਹੋਈ ਸੀ ਮਨੀਸ਼ ਸਿਸੋਦੀਆ ਦੇ ਘਰ, ਇਹ ਕਹਿੰਦੇ ਵੀ ਉਹਦੇ ਵਿੱਚ ਹਾਜ਼ਰ ਸੀ ਜੀ। ਪਤਾ ਇਹ ਲੱਗਿਆ ਕਿ ਇਹਨਾਂ ਦੀ ਲੋਕੇਸ਼ਨ ਵੀ ਟ੍ਰੇਸ ਕਰ ਲਈ ਉਹਨਾਂ ਨੇ। ਲੋਕੇਸ਼ਨ ਅੱਜ ਕੱਲ੍ਹ ਇੱਕ ਬੜੀ ਹੈ ਜਿਹੜਾ ਜਿੰਨੇ ਮਾਡਰਨ ਟੈਕਨੀਕ ਆ ਰਹੀ ਹੈ, ਉਹ ਤਾਂ ਬਾਹਲਾ ਕੁਛ ਆਈ ਜਾਂਦਾ, ਉਹ ਬੜਾ ਭਿਆਨਕ ਪਤਾ ਲੱਗ ਗਿਆ ਕਿ ਬੰਦੇ ਉੱਥੇ ਗਏ, ਕਿਸ ਥਾਂ ਦੇ ਉੱਤੇ ਬੈਠੇ, ਇਹ ਵੀ ਪਤਾ ਲੱਗ ਗਿਆ। ਅਗਲੀ ਗੱਲ ਜਿਹੜੀ ਹੈਗੀ ਮੇਰੇ ਖਿਆਲ ਮੁਤਾਬਕ ਇਹ ਗੱਲ ਇੱਥੇ ਰੁਕਣੀ ਨਹੀਂ ਜੀ, ਗੱਲ ਇੱਥੇ ਬਹੁਤ ਅੱਗੇ ਜਾਣੀ ਹੈ। ਕਿਉਂਕਿ ਮੈਨੂੰ ਤਾਂ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਦਫ਼ਤਰ ਦੇ ਉੱਤੇ ਵੀ ਨਜ਼ਰ ਹੈ। ਅੱਛਾ ਜੀ, ਉਧਰ ਵੀ ਹੈ ਮੁੱਖ ਮੰਤਰੀ ਦਫ਼ਤਰ ਦਾ ਇੱਕ ਵੱਡਾ ਅਧਿਕਾਰੀ ਜੀ, ਜਿਹੜਾ ਅਧਿਕਾਰੀ ਅਕਾਲੀਆਂ ਦੇ ਰਾਜ ਦੇ ਵਿੱਚ ਵੀ, ਕੈਪਟਨ ਦੇ ਰਾਜ ਦੇ ਵਿੱਚ ਵੀ, ਔਰ ਇੱਥੋਂ ਤੱਕ ਤੁਹਾਡੇ ਚੰਨੀ ਦੇ ਰਾਜ ਦੇ ਵਿੱਚ ਵੀ, ਉਹਨਾਂ ਦੀਆਂ ਸਰਕਾਰਾਂ ਦੌਰਾਨ ਬੜੇ ਅਹਿਮ ਅਹੁਦਿਆਂ ਤੇ ਰਿਹਾ ਜੀ। ਸ਼ਰਾਬ ਦੇ ਮਾਮਲਿਆਂ ਨੂੰ ਵੀ ਉਹ ਦੇਖਦੇ ਰਹੇ ਹੈ, ਬਿਜਲੀ ਦੇ ਮਾਮਲਿਆਂ ਨੂੰ ਵੀ ਉਹ ਦੇਖਦੇ ਰਹੇ ਹੈ ਜੀ, ਲੋਕਲ ਬਾਡੀਜ਼ ਦੇ ਮਾਮਲਿਆਂ ਨੂੰ ਵੀ ਉਹ ਦੇਖਦੇ ਰਹੇ ਹੈ। ਨੇੜਤਾ ਕਹਿੰਦੇ ਦਿੱਲੀ ਵਾਲਿਆਂ ਨਾਲ ਉਹਨਾਂ ਦੀ ਕਾਫੀ ਹੈ। ਉਹ ਕਹਿੰਦੇ ਵੀ ਨਿਗਾਹ ਜਿਹੜੀ ਇਹ ਇੱਥੋਂ ਮਾਮਲਾ ਉੱਥੇ ਵੀ ਜਾ ਸਕਦਾ ਹੈ। ਸੋ ਆਪਣੇ ਆਪ ਦੇ ਵਿੱਚ ਦੇਖਣ ਨੂੰ ਤਾਂ ਲੱਗਦੀ ਹੈ ਕਿ ਗੱਲ ਛੋਟੀ ਜਿਹੀ ਇੱਕ ਰੇਡ ਵੱਜ ਗਈ, ਪਰ ਰੇਡ ਜਿਹੜੀ ਹੈਗੀ ਹੈ ਬੜੀ ਖਤਰਨਾਕ। ਤੇ ਇਹਦੇ ਵਾਸਤੇ ਮੈਂ ਤੁਹਾਨੂੰ ਯਾਦ ਕਰਾਉਣਾ ਜੀ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਕਹੀ ਸੀ ਪ੍ਰਤਾਪ ਸਿੰਘ ਬਾਜਵਾ ਨੇ ਜੀ ਕਿ ਮਾਨ ਸਾਹਿਬ ਤੁਸੀਂ ਬੀਜੇਪੀ ਵਾਲਿਆਂ ਨਾਲ ਰਲੇ ਹੋਏ ਹੋ। ਅੱਛਾ ਜੀ, ਤੁਸੀਂ ਅਜਿਹਾ ਮਾਹੌਲ ਪੈਦਾ ਕਰ ਰਹੇ ਹੋ ਜਿਹਦੇ ਨਾਲ ਸਾਡੀ ਪਾਰਟੀ ਬੇਹੱਦ ਕਮਜ਼ੋਰ ਹੋ ਜੇ। ਤੁਸੀਂ ਤੀਜੇ ਦਿਨ ਮਗਰੋਂ ਕਹਿੰਦੇ ਸਾਡੇ ਕਿਸੇ ਨਾ ਕਿਸੇ ਲੀਡਰ ਦੇ ਘਰੇ ਛਾਪਾ ਮਾਰ ਲੈਣੇ ਹੋ, ਉਹਨੂੰ ਤੁਸੀਂ ਉਹਦਾ ਘਰ ਖੰਗਾਲ ਲੈਣੇ ਹੋ ਜੀ। ਨਤੀਜਾ ਇਹ ਹੈ ਕਿ ਜਿਹੜੇ ਬੰਦੇ ਸਾਡੇ ਸੀਨੀਅਰ ਬੰਦੇ ਹੈ, ਸਾਡੇ ਨਾਲ ਖੜੇ ਸੀ, ਜਿਨ੍ਹਾਂ ਨੂੰ ਇਹ ਸ਼ੱਕ ਹੈ ਕਿ ਸਾਡੇ ਘਰਾਂ ਨੂੰ ਆਉਣਗੇ, ਉਹਨਾਂ ਨੇ ਤਾਂ ਸ਼ੱਕ ਕਿਹਾ, ਮੈਂ ਕਹੂੰਗਾ ਵੀ ਜਿਹੜੇ ਲਿਬੜੇ ਸੀ, ਜਿਨ੍ਹਾਂ ਨੇ ਪੈਸਾ ਮੋਟਾ ਕਮਾਇਆ, ਜਦੋਂ ਉਹਨਾਂ ਨੂੰ ਪਤਾ ਵੀ ਸਾਡੇ ਘਰਾਂ ਨੂੰ ਆਉਣਗੇ, ਉਹ ਕਹਿੰਦੇ ਨਾਲ ਦੀ ਨਾਲ ਹੀ ਜਿਹੜੇ ਹੈਗੇ ਬੀਜੇਪੀ ਜੁਆਇਨ ਕਰ ਰਹੇ। ਅੱਛਾ ਜੀ, ਕਾਂਗਰਸ ਪਾਰਟੀ ਦੇ ਕਿੰਨੇ ਸਾਰੇ ਬੰਦੇ ਬੀਜੇਪੀ ਜੁਆਇਨ ਕਰ ਗਏ। ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਕੋਲ ਪੱਕੀ ਇਨਫੋਰਮੇਸ਼ਨ ਹੈ ਕਿ ਬਹੁਤ ਸਾਰੇ ਬੰਦੇ ਹੋਰ ਵੀ ਜੁਆਇਨ ਕਰਨਗੇ। ਉਹ ਹੁਣ ਜੁਆਇਨ ਕਰਦੇ, ਉਹ ਕਹਿੰਦੇ ਵੀ ਸਾਨੂੰ ਦਿੱਲੀ ਦੀ ਪ੍ਰੋਟੈਕਸ਼ਨ ਮਿਲ ਜੇ। ਸੁਣਨ ਵਾਲੇ ਕਹਿੰਦੇ ਨੇ ਕਿ ਦਿੱਲੀ ਵਾਲੇ ਇੱਥੇ ਕੀ ਕਰਨਗੇ, ਦਿੱਲੀ ਵਾਲੇ ਆ ਕੁਝ ਕਰਨਗੇ। ਜਿਵੇਂ ਇੱਕ ਆਡੀਓ ਜੀ ਚੁਟਕਲਾ ਜਿਹਾ ਬੜਾ ਵਾਇਰਲ ਹੋਈ ਜਾਂਦਾ। ਨਹੀਂ, ਆ ਜੋ ਹੋ ਗਿਆ, ਜੇ ਹੋ ਗਿਆ, ਜੇ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਦੇ ਹੈ, ਫਿਰ ਡੀਜੀਪੀ ਦਾ ਦਫ਼ਤਰ ਕਿੰਨੀ ਕੁ ਦੂਰ ਹੈ? ਉਹ ਤਾਂ ਬੜੀ ਦੂਰ ਹੈ ਨਹੀਂ। ਜੇ ਫਿਰ ਆਪਾਂ ਦੇਖੀਏ ਤਾਂ ਫਿਰ ਬਾਕੀ ਦਫ਼ਤਰ ਕਿੰਨੀ ਕੁ ਦੂਰ ਹੈ? ਕਿਉਂਕਿ ਈਡੀ ਤੇ ਸੀਬੀਆਈ ਇਹ ਦੋ ਉਹਨਾਂ ਦੇ ਕੋਲ ਇਹੋ ਜਿਹੇ ਸੋਰਸ ਹੈ ਜਿਹੜੇ ਕਿਤੇ ਵੀ ਜਾ ਸਕਦੇ ਹੈ। ਚਲੋ ਸੀਬੀਆਈ ਦੇ ਤੇ ਕੁਝ ਸਟੇਟਾਂ ਨੇ ਪਾਬੰਦੀ ਲਾਤੀ, ਲੇਕਿਨ ਈਡੀ ਤੇ ਤਾਂ ਕੋਈ ਈਡੀ ਤੇ ਤਾਂ ਹੈ ਨਹੀਂ ਨਾ। ਈਡੀ ਦੀ ਹੁਣ ਨਾਲ ਇੱਕ ਹੋ ਰਿਹਾ ਕਿ ਜਦੋਂ ਈਡੀ ਆਉਂਦੀ ਹੈ, ਕਈ ਵਾਰੀ ਅਗਲਾ ਕਹਿੰਦਾ ਪੁਲਿਸ ਦੇ ਦਫ਼ਤਰ 'ਚ ਕਿਵੇਂ ਆ ਜਾਣਗੇ ਈਡੀ। ਹੁਣ ਈਡੀ ਦੇ ਨਾਲ ਜਦੋਂ ਰੇਡ ਵੱਜਦੀ ਹੈ, ਇਹ ਵੀ ਪ੍ਰਬੰਧ ਕੀਤਾ ਹੋਇਆ ਉਹਨਾਂ ਦੇ ਨਾਲ CRPF ਦੀਆਂ ਕਾਰਦਾਂ ਹੁੰਦੀਆਂ।
CRPF ਦੀਆਂ ਗਾਰਦਾਂ ਆ ਕੇ ਰੇਡ ਕਰਦੀਆਂ। ਸੋ ਲਾਂਡ ਆਰਡਰ ਉਹ ਦੇਖਦੀਆਂ ਵੀ ਕੋਈ ਉਹ ਬੰਦਾ ਸਾਰਾ ਭੱਜੇ ਕੁਝ ਨਾ ਉਹ ਕਰੇ। ਦੇਖਦੇ ਆ, ਲਾਂਡ Corner ਆਰਡਰ ਉਹ ਦੇਖਦੇ, ਕਰਦੀਆਂ। ਉਹਨਾਂ ਨੂੰ ਇਹ ਜੇ ਵਿਰੋਧ ਹੋਣਾ ਹੂੰ ਇਨ ਕੇਸ ਕਿਤੋਂ ਵਿਰੋਧ ਵੀ ਹੁੰਦਾ ਹੈ, ਕੋਈ ਵੱਡਾ ਬੰਦਾ ਹੈ, ਜੇ ਕੋਈ ਮੰਨ ਲਓ ਵੀ ਬਹੁਤ ਪਾਵਰਫੁਲ ਬੰਦਾ ਹੈ, ਪੋਲੀਟੀਕਲ ਬੰਦਾ, ਉਹਦੀ ਪੋਲੀਟੀਕਲ ਬੈਕਿੰਗ ਹੈ, ਜੀ ਉਹ ਮੌਜੂਦਾ ਮੰਤਰੀ ਹੈ, ਸਾਬਕਾ ਮੁੱਖ ਮੰਤਰੀ ਹੈ, ਉਹਦੇ ਨਾਲ ਸਿਕਿਉਰਿਟੀ ਵੀ ਪੂਰੀ ਪਾਵਰਫੁਲ ਹੈ, ਸਿਕਿਉਰਿਟੀ ਵਾਲੇ ਰੋਕਦੇ ਤੇ ਫਿਰ ਉਹਨਾਂ ਸਿਕਿਉਰਿਟੀ ਵਾਲੇ ਜੇ ਈਡੀ ਦੇ ਅਧਿਕਾਰੀਆਂ ਨੂੰ ਰੋਕਣਗੇ ਤਾਂ ਈਡੀ ਦੇ ਅਧਿਕਾਰੀਆਂ ਨੂੰ ਅੰਦਰ ਤੱਕ ਲਿਜਾਣ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਪੈਰਾਮਿਲਟਰੀ ਫੋਰਸ ਦੇ ਬੰਦਿਆਂ ਕੋਲੇ, ਔਰ ਉਹ ਫੋਰਸਾਂ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਾਡੀਆਂ ਫੋਰਸਾਂ ਨਾਲ ਤਾਂ ਬਹੁਤ ਜ਼ਿਆਦਾ ਤਕੜੀਆਂ ਤੇ ਬੜੀਆਂ ਪਾਵਰਫੁਲ ਹੈ। ਸੋ ਮੈਨੂੰ ਨਹੀਂ ਲੱਗਦਾ ਵੀ ਸੁਖਣੀ ਬਾਹਰਲੇ ਵਿਹੜੇ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਕੁਝ ਹੋ ਸਕਦਾ ਹੈ। ਉਹ ਜੇ ਮੈਂ ਤੁਹਾਨੂੰ ਚੁਟਕਲੇ ਹੀ ਕਰ ਦਿੰਦਾ, ਕਹਿੰਦਾ ਇੱਕ ਫੋਨ ਲਾ ਲਿਆ ਉਹਨੇ ਕਿਸੇ ਨੂੰ, ਕਹਿੰਦਾ ਮੈਂ ED से बोल रहा हूँ, वो कहता नहीं जनाब मैं रात ही BJP ज्वाइन कर ली, कहता सॉरी रॉन्ग नंबर। ਇਹੀ ਹੈ ਨਾ। ਜੀ ਸੋ ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇੱਥੇ ਤੁਸੀਂ ਹਰ ਮੇਕ ਦੇ ਜਿਹੜੇ ਆ ਰੀਫਰ ਰਿਪੇਅਰ ਵੀ ਕਰਵਾ ਸਕਦੇ ਹੋ, ਗੈਸ ਰੀਫਿਲ ਕਰਾ ਸਕਦੇ ਹੋ, ਸੈਮੀ ਤੋਂ ਲੈ ਕੇ ਟ੍ਰੇਲਰ ਦੇ ਜਿਹੜੇ ਆ ਤੁਸੀਂ ਹਰ ਤਰ੍ਹਾਂ ਦਾ ਮਕੈਨੀਕਲ ਕੰਮ ਕਰਾਉਣ ਦੇ ਲਈ 10224 ਰੈਜ਼ੀਡੈਂਸੀ ਰੋਡ ਮਨਾਸਸ ਹਾਈਵੇ 66 ਐਗਜ਼ਿਟ 43 ਤੇ ਜਾ ਸਕਦੇ ਹੋ। 8043728800 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਢਿੱਲੋਂ ਸਾਹਿਬ ਅਗਲੀ ਜਿਹੜੀ ਗੱਲ ਕਰੀਏ ਤਾਂ ਸਾਧੂ ਸਿੰਘ ਧਰਮਸੋਤ ਸੀਗੇ, ਉਹਨਾਂ ਦੀ ਜ਼ਮਾਨਤ ਹੋ ਗਈ ਸੀ ਪਰ ਜੇਲ੍ਹ ਚੋਂ ਬਾਹਰ ਨਹੀਂ ਆਏ ਸੀ। ਅਸਲ ਦੇ ਵਿੱਚ ਇਹ ਕਿ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਜਿਹੜਾ ਕੇਸ ਰਜਿਸਟਰ ਹੋਇਆ ਸੀ, ਜੀ ਕੇਸ ਰਜਿਸਟਰ ਹੋਇਆ ਸੀ ਜੰਗਲਾਤ ਘਟਾਲੇ 'ਚ, ਕਿ ਜੰਗਲਾਤ ਦੇ ਵਿੱਚ ਜਿਹੜੇ ਉਹ ਦਰਖਤਾਂ ਦੀ ਕਟਾਈ ਦੇ 500 ਰੁਪਈਆ ਪ੍ਰਤੀ ਦਰਖਤ ਲੈਂਦੇ ਸੀ ਇੱਕ ਪਰਮਿਟ ਦੇਣ ਦੇ ਬਦਲੇ। ਪਰਮਿਟ ਹਾਲਾਂਕਿ ਆਪਾਂ ਨੂੰ ਪਤਾ ਇਸ ਗੱਲ ਦਾ ਕਿ ਕਦੇ ਮੰਤਰੀ ਨਹੀਂ ਦਿੰਦੇ ਹੁੰਦੇ, ਬਿਲਕੁਲ ਪਰਮਿਟ ਦਿੰਦੇ ਤਾਂ ਅਧਿਕਾਰੀਆਂ ਅਫਸਰ ਹੀ ਨਹੀਂ ਦਿੰਦੇ, ਲੇਕਿਨ ਜਦੋਂ ਮੰਤਰੀ ਨੂੰ ਇਹ ਪਤਾ ਲੱਗ ਜਾਂਦਾ ਕਿ ਅਧਿਕਾਰੀ ਮਾਲ ਛਕਦੇ ਹੈ, ਉਦੋਂ ਫਿਰ ਉਹ ਥੋੜੀ ਜਿਹੀ ਚੂੜੀ ਕੱਸ ਦਿੰਦਾ ਹੈ। ਤੇ ਇਹ ਅਧਿਕਾਰੀਆਂ ਨੂੰ ਵੀ ਪਤਾ ਹੁੰਦਾ, ਕਰਮਚਾਰੀਆਂ ਨੂੰ ਵੀ ਪਤਾ ਹੁੰਦਾ ਹੈ ਕਿ ਜੇ ਮੰਤਰੀ ਨੇ ਚੂੜੀ ਕੱਸਤੀ ਤਾਂ ਆਪਾਂ ਤੋਂ ਮਾਲ ਛਕਿਆ ਨਹੀਂ ਜਾਣਾ। ਜੀ ਫਿਰ ਉਹ ਰਲ ਮਿਲ ਕੇ ਕਰ ਲੈਂਦੀ ਹੈ, ਤੇ ਰਲ ਮਿਲ ਕੇ ਕਰਨ ਦਾ ਇੱਕ ਤਰੀਕਾਕਾਰ ਬੜਾ ਹੁੰਦਾ ਹੈ ਕਿ ਥੱਲੇ ਤੋਂ ਲੈ ਕੇ ਜਿਹੜੀ ਕਮਾਈ ਹੁੰਦੀ ਹੈ, ਆ ਜਿਵੇਂ ਤੁਹਾਡੇ ਦੇਖੋ ਵੀ ਲੋਕਲ ਬਾਡੀ 'ਚ ਲੈ ਲਓ, PWD ਲੈ ਲਓ, ਜਿੰਨੇ ਵੀ ਜਿੱਥੇ ਕੰਸਟਰਕਸ਼ਨਾਂ ਹੁੰਦੀਆਂ, ਜਿਨ੍ਹਾਂ ਲੋਕਾਂ ਦੇ ਬਿੱਲ ਪਾਸ ਹੁੰਦੇ ਆ, ਜਦੋਂ ਬਿੱਲ ਪਾਸ ਹੁੰਦੇ ਆ ਤੇ ਉਹ ਉਸੇ ਵੇਲੇ ਕਮਿਸ਼ਨ ਕੱਟਿਆ ਜਾਂਦਾ ਹੈ। ਜਿਹੜਾ ਪੇਮੈਂਟ ਕਰਨ ਵਾਲੇ ਬੰਦੇ ਉਹ ਪਹਿਲਾਂ ਹੀ ਬਿੱਲ ਲੈ ਜਾਂਦੇ, ਬਿੱਲ ਪਾਸ ਤੋਂ ਪਹਿਲਾਂ ਕੀ ਕੁਛ ਤਾਂ ਠੇਕਾ ਦੇਣ ਵੇਲੇ ਵੀ ਕੱਟ ਜਾਂਦੇ, ਨਹੀਂ ਉਹ ਤਾਂ ਕੁਛ ਤਾਂ ਪਹਿਲਾਂ ਹੀ ਦੇ ਦਿੰਦੇ ਜੋ ਟੈਂਡਰ ਹੁੰਦੇ ਆ, ਫਿਰ ਜਦੋਂ ਪੇਮੈਂਟ ਹੁੰਦੀ ਹੈ ਫਾਈਨਲ ਪੇਮੈਂਟ ਉਦੋਂ ਵੀ ਕੱਟਿਆ ਜਾਂਦਾ, ਹਿਸਾਬ ਕਿਤਾਬ ਉਦੋਂ ਹੁੰਦਾ। ਫਾਈਨਲ ਪੇਮੈਂਟ ਵੇਲੇ ਦਸਤਖਤ ਵੱਧ ਕਰਵਾ ਲੈਣੇ ਤੇ ਪੈਸੇ ਘੱਟ ਦੇਣੇ। ਉਹਦੇ ਵਿੱਚ ਕੀ ਹੁੰਦਾ ਕਿ ਇੱਕ ਚਪੜਾਸੀ ਤੋਂ ਲੈ ਕੇ ਜੀ ਜਿਹੜਾ ਮਹਿਕਮੇ ਦਾ ਮੰਤਰੀ ਹੈ, ਜਿੰਨੇ ਰਸਤੇ ਦੇ ਵਿੱਚ ਅਫਸਰ ਆ ਗਏ, ਜੇਈ ਤੋਂ ਲੈ ਕੇ ਚਪੜਾਸੀ ਲੈ ਲਿਆ, ਚਪੜਾਸੀ ਤੋਂ ਲੈ ਕੇ ਕਲੈਰੀਕਲ ਜਿਹੜਾ ਜਿਹਨੇ ਪਾਸ ਕਰਨਾ, ਉਹ ਤੋਂ ਬਾਅਦ ਜਿੰਨੇ ਵੀ ਬੰਦੇ ਆ ਗਏ ਸਾਰੇ ਦੇ ਸਭ ਕੋਲ ਜਾਂਦਾ ਹੈ। ਜੀ ਇਹੀ ਚੀਜ਼ ਜਿਹੜੀ ਹੈ ਜੰਗਲਾਤ ਮਹਿਕਮੇ ਦੇ ਵਿੱਚ ਵੀ ਸੀ, ਆਪਾਂ ਕੱਲ ਵੀ ਗੱਲ ਕਰਕੇ ਹਟੀ ਕਿ ਪਹਿਲਾਂ ਤਾਂ ਜਿਹੜਾ ਹੈਗਾ 500 ਰੁਪਈਆ ਪ੍ਰਤੀ ਦਰਖਤ ਜੀ ਪਰਮਿਟ ਦਾ ਕਮਿਸ਼ਨ ਮਿਲਦਾ ਹੁੰਦਾ ਸੀ ਸਾਧੂ ਸਿੰਘ ਧਰਮਸੋਤ। ਜਦੋਂ ਕੈਪਟਨ ਅਮਰਿੰਦਰ ਸਿੰਘ ਚਲਾ ਗਿਆ ਤੇ ਨਾਲ ਹੀ ਧਰਮ ਸਿੰਘ ਸਾਧੂ ਵੀ ਉਹ ਕਰਤੇ, ਸਾਧੂ ਰਮਤਾ ਹੋ ਗਏ। ਉਸ ਤੋਂ ਬਾਅਦ ਕੀ ਹੋਇਆ, ਆਗੇ ਗਿਲਜੀਆਂ ਸਾਹਿਬ ਜੀ, ਤੇ ਗਿਲਜੀਆਂ ਸਾਹਿਬ ਨੂੰ ਫਿਰ ਉਹਨਾਂ ਨੇ ਦੱਸਤਾ ਜੀ ਆਪਾਂ ਆ ਵੀ ਲਾਉਣੇ ਆ ਜਿਹੜੇ ਗਾਰਡ ਜੇ, ਹਾਂਜੀ ਟਰੀ ਗਾਰਡ ਤੇ ਸਾਲ ਸੰਭਾਲ ਰੱਖਣੀ, ਮੈਂ ਟੱਠੇ ਗਾਈਆਂ ਟਰੀ ਗਾਰਡਾਂ 'ਚ ਖਾ ਲਈਏ। ਉਹ ਟਰੀ ਗਾਰਡ ਵਾਲੀ ਗੱਲ ਵੀ, ਤੇ ਟਰੀ ਗਾਰਡ ਵਾਲਾ ਤਾਂ ਜੀ ਇੰਨਾ ਜ਼ਿਆਦਾ ਮਤਲਬ ਜਿਹੜਾ ਗੰਦ ਪਿਆ ਹੈ, ਇਹ ਟਰੀ ਗਾਰਡਾਂ ਵਾਲੇ ਮਾਮਲੇ ਦੇ ਵਿੱਚ ਕਿਤੇ ਨਾ ਕੋਈ ਮੈਨੂੰ ਪਤਾ ਲੱਗਿਆ ਵਿਜੀਲੈਂਸ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਇੱਧਰਲੇ ਪਾਸੇ ਸਰਦੂਲ ਵਾਲੇ ਪਾਸੇ ਆ ਗਿਆ। ਅੱਛਾ ਜੀ, ਨਿਗਾਹ ਭੱਜ ਗਈ ਉਹਨਾਂ ਦੀ ਵੀ, ਯਾਰ ਟਰੀ ਗਾਰਡ ਖੜੇ ਇੱਥੇ, ਕਿਹੋ ਜਿਹੇ ਟਰੀ ਗਾਰਡ ਹੈ। ਦੇਖ ਲਿਆ ਕੁਛ ਉਹ ਲੱਗੇ ਹੋਏ ਸੀਗੇ ਕੰਕਰੀਟ ਦੇ, ਇੱਟਾਂ ਦੀਆਂ ਲਾ ਕੇ ਜਿਹੜੇ ਸੀਮੈਂਟ ਦੇ ਵਿੱਚ ਪਾ ਕੇ ਵੀ ਚਲੋ ਠੀਕ ਹੈ ਲਾ ਲਈਏ। ਉਹ ਹੁਣ ਜਿਹੜੇ ਜਿਹੋ ਜਿਹਾ ਬੰਦਾ ਹੁੰਦਾ, ਜਿਹੋ ਜਿਹਾ ਕੰਮ ਕਰਦਾ, ਉਹਦੀ ਨਿਗਾਹ ਉੱਥੇ ਹੀ ਜਾਂਦੀ ਹੈ। ਸ਼ੱਕੀ ਬੰਦੇ ਨੂੰ ਸ਼ੱਕ ਪੈਂਦਾ ਹੀ ਹੈ ਵੀ ਇਹ 'ਚ ਕੋਈ ਹੇਰਾ ਫੇਰੀ ਨਾ ਹੋਵੇ। ਉਹਨਾਂ ਨੇ ਜੀ ਉਹ ਰਿਕਾਰਡ ਜਿਹਾ ਚੱਕ ਲਿਆ। ਅੱਛਾ, ਜੰਗਲਾਤ ਵਿਭਾਗ ਦਾ ਰਿਕਾਰਡ ਤਾਂ ਵਿਜੀਲੈਂਸ ਵਾਲੇ ਕੋਲ ਪਿਆ ਹੀ ਹੈ ਕਿ ਜਿਹੜੀ ਇਸ ਏਰੀਏ ਦੇ ਵਿੱਚ ਲੱਗੇ ਆ ਜੀ, ਇਹ ਕਿੱਥੋਂ ਬਣੇ ਹੋਏ। ਤੇ ਫਿਰ ਪਤਾ ਲੱਗ ਗਿਆ, ਕਹਿੰਦੇ ਜੀ ਇਹ ਬਣੇ ਹੋਏ ਹੈ ਫਲਾਨੀ ਫਰਮ ਤੋਂ। ਇੱਕ ਬੰਦੇ ਦਾ ਨਾਂ ਪਾਇਆ, ਕੋਈ ਸੰਧੂਰਾ ਸੀ, ਕਪੂਰਾ ਸੀ, ABC ਜੋ ਵੀ ਸੀ, ਉਹਦਾ ਨਾਂ ਪਤਾ। ਵਿਜੀਲੈਂਸ ਦੇ ਇੱਕ ਅਧਿਕਾਰੀ ਨੇ ਉਹਨੂੰ ਟੈਲੀਫੋਨ ਕਰ ਲਿਆ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਿਹੜੀ ਫਰਮ ਤੋਂ ਬੋਲਦੇ ਹੋ ਜੀ? ਜੀ। ਉਹ ਬੰਦਾ ਕਹਿੰਦਾ ਕਿਹੜੀ ਫਰਮ? ਕਹਿੰਦੇ ਜੀ ਫਰਮ ਤੋਂ ਨਹੀਂ ਬੋਲਦੇ ਤੁਸੀਂ, ਟਰੀ ਗਾਰਡ ਬਣਾਉਣ ਵਾਲੀ ਤੋਂ। ਉਹਦਾ ਨਾਂ ਨਾ ਭਰਾਵਾ, ਮੈਂ ਤਾਂ ਕੰਟਰੈਕਟ ਦੇ ਉੱਤੇ PRTC ਦੇ ਵਿੱਚ ਡਰਾਈਵਰ ਲੱਗਿਆ ਵਾ। ਅੱਛਾ ਜੀ। ਮੈਂ ਤਾਂ ਤੜਕੇ 6 ਵਜੇ ਘਰੋਂ ਨਿਕਲਦਾ ਤੇ ਰਾਤ ਨੂੰ 8-9 ਵਜੇ ਘਰੇ ਡਿੱਗਦਾ। ਮੇਰੀ ਕਿਹੜੀ ਫਰਮ? ਜੇ ਮੇਰੀ ਫਰਮ ਹੁੰਦੀ ਤਾਂ ਮੈਂ ਆ ਕੀ ਕੁਛ ਕਰਨਾ, ਮੇਰੇ ਕੋਲ ਕੋਈ ਫਰਮ। ਕਹਿੰਦਾ ਯਾਰ ਤੇਰਾ ਨਾਮ ਬੋਲੀ ਜਾਂਦਾ, ਉਹਦਾ ਯਾਰ ਐਵੇਂ ਬੋਲੀ ਜਾਂਦਾ। ਕੁਦਰਤੀ ਮੈਂ ਵੀ ਦੇਖ ਕੇ ਆਇਆ ਸੀ, ਮੈਂ ਉਦੋਂ ਚੰਡੀਗੜ੍ਹ ਗਿਆ ਸੀ ਤੇ ਉਹਨਾਂ ਨੇ ਜੇ ਦੇਖਿਆ ਵੀ ਕਿਹਨੇ ਕੀਤਾ ਕਰਾਇਆ, ਤੇ ਇੱਕ ਰੇਂਜ ਅਫਸਰ ਹੈ ਮਾਨਸਾ ਜ਼ਿਲ੍ਹੇ ਦਾ, ਅੰਮ੍ਰਿਤਧਾਰੀ,
ਉਹ ਜਦੋਂ ਦੇਖਿਆ ਰਿਕਾਰਡ ਦੇ ਵਿੱਚ ਹੁਣ ਉਹਦੇ ਸਾਰੇ ਘੋਰ ਕੰਡੇ ਮਾਰੇ ਹੋਏ। ਉਹਨਾਂ ਘੋਰ ਕੰਡਿਆਂ ਦੇ ਵਿੱਚ ਜਿਹੜਾ ਹੁਣ ਸਾਰਾ ਕੁਝ ਹੋਇਆ ਹੈ, ਇਕੱਲਾ ਆਪਾਂ ਰੇਂਜ ਅਫਸਰ ਨੂੰ ਨਹੀਂ ਕਹਿ ਸਕਦੇ, ਜਿਹੜਾ ਫਾਰੈਸਟ ਗਾਰਡ ਨੂੰ ਨਹੀਂ ਕਹਿ ਸਕਦੇ, ਬਲਾਕ ਆਫਿਸਰ ਨੂੰ ਨਹੀਂ ਕਹਿ ਸਕਦੇ। ਉਹ ਜਿਹੜਾ ਮਾਲ ਇੱਕ ਜਾਲੀ ਜਾਂ ਆਪਾਂ ਕਹਿ ਸਕਦੇ ਜਿਹੜੀ ਜਾਲੀ ਫਰਮ ਖੜੀ ਕਰਕੇ ਜਿਹੜੀ ਪੇਮੈਂਟ ਉੱਥੇ ਕੀਤੀ ਦਿਖਾਈ ਗਈ ਹੈ, ਉਹ ਫਿਰ ਪੇਮੈਂਟ ਉਨੀ ਦੇਰ ਹੋ ਨਹੀਂ ਸਕਦੀ ਜਿੰਨੀ ਦੇਰ ਉੱਤੋਂ ਨਾ ਹੋਵੇ। ਇਹਦੇ ਤੇ ਹੁਣ ਆਪਾਂ ਇਹ ਦੇਖੋ ਕਿ ਇਹਦੇ ਵਿੱਚੋਂ ਬਣਦਾ ਕੀ ਹੈ। ਇੱਕ ਤਾਂ ਹੈਗਾ ਘੁਟਾਲਾ, ਦੂਜੇ ਆ ਗਏ ਫਿਰ ਡਾਕੂਮੈਂਟਸ ਤਿਆਰ ਕਰਨੇ। ਜਿਹੜੇ ਡਾਕੂਮੈਂਟਸ ਤਿਆਰ ਹੋਏ ਹੈ, ਪਹਿਲਾਂ ਜਦੋਂ FIR ਦਰਜ ਕੀਤੀ ਉਹ ਘੁਟਾਲੇ 'ਚ ਕਰ ਲਈ ਜੀ। ਉਸ ਤੋਂ ਬਾਅਦ ਜਦੋਂ ਤਫਤੀਸ਼ ਹੋਈ, ਸਾਧੂ ਸੋ ਧਰਮ ਸੋਤ ਨੂੰ ਹਲਾਇਆ ਚਲਾਇਆ ਤੇ ਗੱਲ ਵਿੱਚੋਂ ਆ ਵੀ ਨਿਕਲ ਆਈ। ਉਹਨਾਂ ਨੇ ਫਿਰ ਉਹਦੇ ਵਿੱਚ ਵਾਧਾ ਕਰਤਾ। 420 ਤਾਂ ਲੱਗਣੀ ਸੀ, 465, 467, 71 ਵਗੈਰਾ ਵੀ ਉਹਨਾਂ ਨੇ ਲਾਤੀ ਜੀ। ਉਹ ਲਾ ਕੇ ਸ਼ਾਇਦ ਮੇਰੇ ਖਿਆਲ 120 ਵੀ ਲਾਤੀ ਹੋਈ। ਉਹ ਪਾ ਦਿੰਦੇ ਆਮ ਤੌਰ ਤੇ FIR ਦੇ ਉੱਤੇ ਤਾਂ ਬਾਹਰ ਹੀ ਲਿਖੀਆਂ ਹੁੰਦੀਆਂ ਸਾਰੀਆਂ ਧਰਾਵਾਂ। ਜਦੋਂ ਜੁਰਮ 'ਚ ਵਾਧਾ ਹੁੰਦਾ ਹੈ, ਜੁਰਮ 'ਚ ਵਾਧਾ ਜਿਹੜਾ FIR ਤੇ ਨਹੀਂ ਆਉਂਦਾ ਜੀ, ਉਹ ਇੱਕ ਜਿਮਨੀ ਅਲੱਗ ਪੈ ਜਿਮਨੀ ਅਲੱਗ ਬਣਦੀ ਹੈ, ਜਿਮਨੀ ਅਲੱਗ ਪੈ ਜਾਂਦੀ ਹੈ। ਫਾਈਲ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਹੈ। ਸਾਧੂ ਸੋ ਧਰਮ ਸੋਤ ਹੋਰਾਂ ਨੇ ਦੀ ਜਿਹੜੀ ਬੇਲ ਐਪਲੀਕੇਸ਼ਨ ਬੜੇ ਵੱਡੇ ਵਕੀਲ ਨੇ ਲਾਈ। ਅੱਛਾ ਜੀ। ਕੋਈ ਸੁਧਾਰ ਨਹੀਂ। APS ਦਿਓਲ ਹੋਰਾਂ ਨੇ ਉਹਦੇ ਬਹਿਸ ਕੀਤੀ। ਬਹਿਸ ਕਹਿੰਦੇ 2 ਦਿਨ ਚੱਲੀ ਗਈ ਹੈ। ਫਿਰ ਉਹ ਫੈਸਲਾ ਰਿਜ਼ਰਵ ਰੱਖ ਲਿਆ। ਫੈਸਲਾ ਰਿਜ਼ਰਵ ਰੱਖਣ ਤੋਂ ਬਾਅਦ ਉਹ ਕਹਿੰਦੇ ਆ ਲਓ ਜੀ ਜ਼ਮਾਨਤ ਗ੍ਰਾਂਟ। ਪਰਸੋਂ ਜ਼ਮਾਨਤ ਹੋ ਗਈ। ਕਿ ਉਹਦੇ ਦੀ ਵੀ ਮੱਚ ਗਏ ਵੀ ਜੇ ਆ ਗਏ ਸਾਧੂ ਸੋ ਧਰਮ ਸੋਤ ਤਾਂ ਉਹਨਾਂ ਨੇ ਵੀ ਆਪਦਾ ਲੀੜਾ ਕੱਪੜਾ ਬਲੇਟ ਲਿਆ ਸਾਰਾ। ਕੱਪੜੇ ਕੁਪੜੇ ਇਕੱਠੇ ਕਰਕੇ ਵੀ ਚਲੋ ਜੀ ਹੁਣ ਆਉਂਦਾ 5 ਵਜੇ ਤੱਕ ਜਦੋਂ ਕੀ ਆਦੇ ਪਰਵਾਨਾ ਨਾ ਆਇਆ ਜੀ, ਉਹਦਾ ਯਾਰ ਮੈਂ ਤਾਂ ਸਮਾਨ ਬੰਨੀ ਬੈਠਾ, ਮੇਰੀ ਜ਼ਮਾਨਤ ਹੋ ਗਈ ਤੇ ਮੇਰਾ ਪਰਵਾਨਾ ਹੈ। ਕਹਿੰਦੇ ਜੀ ਖੜ ਜੋ ਦੇਖਦੇ ਆ। ਜਦੋਂ ਉਹਨਾਂ ਨੇ ਪਰਵਾਨਾ ਆ ਗਿਆ ਕਿ ਇਹਦੀ ਜ਼ਮਾਨਤ ਹੋ ਗਈ ਤੇ ਪਰਵਾਨੇ ਤੋਂ ਬਾਅਦ ਜਦੋਂ ਉਹਨਾਂ ਨੇ ਵਾਰੰਟ ਕੱਢ ਕੇ ਦੇਖਿਆ, ਉਹ ਵਾਰੰਟ ਦੇ ਵਿੱਚ ਨਾਲ ਦੂਜਾ ਵੀ ਆਇਆ ਪਿਆ ਜਿਹੜਾ ਵਾਧਾ ਹੋਇਆ ਸੀ ਕਿ ਜੀ ਵਾਧਾ ਦਾ 420 ਤੇ 65 ਉਹਦੇ 'ਚ ਹੋਈ ਨਾ 67 71 'ਚ ਉਹਦੇ 'ਚ ਹੋਈ ਨਾ। ਉਹ ਲਿਖਿਆ ਹੀ ਨਹੀਂ ਸੀ, ਉਹ ਬੇਲ ਐਪਲੀਕੇਸ਼ਨ ਦੇ ਵਿੱਚ ਪਾਇਆ ਹੀ ਨਹੀਂ ਸੀ ਜਿਹੜਾ ਜੁਰਮ 'ਚ ਵਾਧਾ ਹੋਇਆ ਸੀ। ਰਾਤ ਕੱਟੀ ਗਈ। ਪਹਿਲਾਂ ਰਾਤ ਮੈਨੂੰ ਹੋਇਆ, ਮੈਂ ਕਿਹਾ ਯਾਰ ਇਹ ਇੰਨੀ ਜਿਹੜੀ ਹੈਗੀ ਪੰਜਾਬ ਦੇ ਵਿੱਚ ਇੰਨੀ ਹਨੇਰ ਕਰਦੀ ਕਿ ਬੰਦੇ ਦੀ ਕੋਰਟ 'ਚੋਂ ਜ਼ਮਾਨਤ ਹੋ ਗਈ ਤੇ ਕੋਰਟ 'ਚ ਜ਼ਮਾਨਤ ਹੋਣ ਦੇ ਬਾਵਜੂਦ ਉਹਨੂੰ ਛੱਡਿਆ ਨਹੀਂ। ਉਦੋਂ ਸ਼ਾਇਦ ਇਹ ਆ ਗਿਆ ਸੀ ਵੀ ਕਿਤੇ ਕੋਈ ਨਵਾਂ ਪਰਚਾ ਨਾ ਦਰਜ ਹੋ ਗਿਆ ਹੋਵੇ, ਜਿਵੇਂ ਉਹ ਡਾਕਟਰ ਕਫੀਲ ਖਾਨ ਕੇ ਕੀ ਸੀਗਾ ਉਹਦੇ ਗੁਨਾਹ ਹੋ ਗਿਆ ਵੀ ਕਿ ਰਿਹਾ ਕਰਨ ਤੋਂ ਪਹਿਲਾਂ ਹੀ ਉਹਦਾ ਨਵਾਂ ਵਾਰੰਟ ਬਣਾ ਕੇ ਤੇ ਉੱਥੇ ਗ੍ਰਿਫਤਾਰੀ ਫੇਰ ਕਰਤੀ ਹੋਵੇ। ਪਰ ਕਿਉਂਕਿ ਪੰਜਾਬ ਦੇ ਅਫਸਰ ਬੜੇ ਸਿਆਣੇ ਆ, ਇਹ ਜੇ ਕੋਈ ਪੰਗਾ ਨਹੀਂ ਲੈਂਦੇ ਵੀ ਕੱਲ ਅਦਾਲਤਾਂ ਦਾ ਸਾਹਮਣਾ ਕਰਨਾ ਪਵੇ। ਬਿਲਕੁਲ ਕੋਈ ਕਿਸੇ ਦੀ ਖਬਰ 'ਚ ਨਹੀਂ। ਅਗਲਾ ਕਹਿੰਦਾ ਸਾਨੂੰ ਕੀ ਕਰਨਾ। ਫਿਰ ਜਦੋਂ ਸਵੇਰੇ ਪਤਾ ਲੱਗਿਆ ਵੀ ਗੱਲ ਇਹ, ਤੇ ਅੱਜ ਫਿਰ ਇੱਕ ਦੁਬਾਰਾ ਐਪਲੀਕੇਸ਼ਨ ਪਾਈ ਗਈ। ਅੱਛਾ ਜੀ। ਅੱਜ ਦੁਬਾਰਾ ਐਪਲੀਕੇਸ਼ਨ ਜਿਹੜੀ ਪਾਈ ਗਈ ਫਿਰ ਉਹਦੇ ਵਿੱਚ ਵੀ ਉਹਦੀ ਬੇਲ ਹੋ ਗਈ ਹੈ। ਤਾਂ ਹੁਣ ਉਹਨੂੰ ਮੇਰੇ ਖਿਆਲ ਦੁਪਹਿਰੇ ਜੇ ਕੱਢਤਾ, ਅੱਜ ਨਿਕਲਿਆ ਮਤਲਬ ਇੱਕ ਰਾਤ ਉਹਨੂੰ ਜਿਹੜੀ ਵਾਧੂ ਲਾਉਣੀ ਪਈ, ਉਹ ਵਾਧੂ ਰਾਤ ਇਸ ਕਰਕੇ ਲਾਉਣੀ ਪਈ ਕਿ ਜੁਰਮ ਦਾ ਵਾਧਾ ਹੋ ਗਿਆ ਸੀ। ਜੀ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹਨ ਐਵੀਨਿਊ ਇੰਡੀਅਨੈਪੋਲਿਸ ਦੇ ਵਿੱਚ ਹੈ ਜੀ। ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। ਇੱਥੇ ਤੁਸੀਂ DOT ਸੇਫਟੀ ਤੋਂ ਲੈ ਕੇ ਸੈਮੀ ਤੇ ਟ੍ਰੇਲਰ ਦੇ ਸਾਰੇ ਕੰਮ ਕਰਵਾ ਸਕਦੇ ਹੋ। 3179797205 ਜਾਂ 6612045818 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦੇ ਅਕਾਊਂਟਸ ਮੇਨਟੇਨ ਕਰਨੇ ਆ, ਬੁੱਕ ਕੀਪਿੰਗ ਕਰਾਉਣੀ ਹੈ ਤਾਂ ਅਕਾਊਂਟਸ ਵਾਸਤੇ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਤੇ ਲੋਕਪਾਲ ਸੋਲ ਹੋਰਾਂ ਦੇ ਨਾਲ 2535208886 ਦੇ ਉੱਤੇ ਤੁਸੀਂ ਅਪਾਇੰਟਮੈਂਟ ਬਣਾ ਲਓ। 24915104 ਐਵੀਨਿਊ ਕੈਂਟ ਵਾਸ਼ਿੰਗਟਨ 'ਚ ਇਹਨਾਂ ਦੀ ਲੋਕੇਸ਼ਨ ਹੈ। ਮੱਖਣ ਨਾਗਰਾ ਹੋਰਾਂ ਨੇ ਆਪਣਾ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਵੀ ਖੋਲ੍ਹ ਲਿਆ, ਕੈਟਰਿੰਗ ਵੀ ਕਰਦੇ ਨੇ। ਇਹਨਾਂ ਦੇ ਤੁਸੀਂ 23609104 ਐਵੀਨਿਊ ਕੈਂਟ ਲੋਕੇਸ਼ਨ ਦੇ ਉੱਤੇ ਡਾਈਨ ਇਨ ਕਰ ਸਕਦੇ ਹੋ ਜਾਂ ਡਾਊਨਟਾਊਨ 1520 ਬਰਾਡਵੇ ਸੈਟਲ ਤੋਂ ਪਿਕ ਵੀ ਕਰ ਸਕਦੇ ਹੋ ਜਾਂ ਕਿਸੇ ਵੀ ਆਨਲਾਈਨ ਡਿਲੀਵਰੀ ਤੋਂ ਖਾਣਾ ਮੰਗਾ ਸਕਦੇ ਹੋ। 2063531699 ਦੂਜਾ ਨੰਬਰ ਹੈ 2532467296 ਦੇ ਉੱਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ, ਪੰਜਾਬੀ 'ਚ ਡਿਸਪੈਚ ਕਰਦੇ ਨੇ, ਬਹੁਤ ਵਧੀਆ ਬੋਨਸ ਦਿੰਦੇ ਨੇ। ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਦੇ ਉੱਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ, ਨਿਤਿਸ਼ ਕੁਮਾਰ ਨੇ ਕਿਹਾ ਜੀ ਮੇਰਾ ਇੱਕ ਖਾਸ ਮੰਤਵ ਬਣ ਗਿਆ। ਹੁਣ ਉਹ ਕੀ ਖਾਸ ਮੰਤਵ ਬਣਿਆ ਜੀ? ਖਾਸ ਮੰਤਵ ਨਿਤੀਸ਼ ਕੁਮਾਰ ਦਾ ਇਹ ਬਣਿਆ ਹੈ ਕਿ ਆਪੋਜੀਸ਼ਨ ਨੂੰ ਇਕਮੁੱਠ ਕਰਨਾ ਜੀ। ਅੱਜ ਕੱਲ੍ਹ ਨਿਤੀਸ਼ ਕੁਮਾਰ ਜਿਹੜੇ ਹੈਗੇ ਹੈ ਲੀਡਰਾਂ ਨੂੰ ਮਿਲ ਰਹੇ ਹੈ ਜੀ। 2 ਦਿਨ ਸ਼ਾਇਦ ਉਹਨਾਂ ਨੇ ਦਿੱਲੀ ਲਾਏ ਹੈ, ਹੁਣ ਚਲੇ ਗਏ। ਹੁਣ ਬੜੇ ਵੱਡੇ ਲੀਡਰਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਜੀ, ਜਿਹਦੇ ਵਿੱਚ ਆਪਾਂ ਦੇਖ ਲਈਏ ਲਾਲੂ ਪ੍ਰਸਾਦ ਯਾਦਵ ਨੂੰ ਵੀ ਮਿਲੇ ਹੈ ਔਰ ਸ਼ਰਦ ਪਵਾਰ ਹੋਰਾਂ ਨੂੰ ਵੀ ਮਿਲ ਚੁੱਕੇ ਹੈ ਜੀ।
ਓਮ ਪ੍ਰਕਾਸ਼ ਚੌਟਾਲਾ ਦੇ ਘਰ ਵੀ ਜਾਏ, ਅੱਛਾ ਜੀ। ਲੰਗਰ ਪਾਣੀ ਉਹਨਾਂ ਨਾਲ ਵੀ ਛਕ ਆਏ ਹੈ, ਪੁਰਾਣੀਆਂ ਸਾਂਝਾਂ ਹੈ। ਹੂੰ। ਫਿਰ ਉਹ CPM ਦੇ ਦਫ਼ਤਰ ਵੀ ਗਏ। ਜੀ। CPM ਦਾ ਦਫ਼ਤਰ ਆਪਾਂ ਨੂੰ ਪਤਾ ਵੀ ਇਸ ਵੇਲੇ ਇੱਕ ਵੱਡਾ ਹੈੱਡਕੁਆਟਰ ਹੈ ਪੋਲੀਟਿਕਸ ਦਾ। ਕੋਈ ਜ਼ਮਾਨਾ ਹੁੰਦਾ ਸੀ ਜੋ ਹਰਕਿਸ਼ਨ ਸਿੰਘ ਸੁਰਜੀਤ ਜਿਉਂਦਾ ਹੁੰਦਾ ਸੀ, ਉਦੋਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀਆਂ ਦਾ ਫੈਸਲਾ ਉੱਥੇ ਹੀ ਹੁੰਦਾ ਸੀ ਜੀ ਕਿ ਕਿਹਨੇ ਵੜਨਾ ਕਿਹਨੇ ਨਹੀਂ ਵੜਨਾ। ਜੇ BJP ਵਾਲੇ ਵੀ ਕਹਿੰਦੇ ਵੜਦੇ ਹੁੰਦੇ ਸੀ ਤਾਂ ਉੱਥੇ ਵੀ ਸੁਰਜੀਤ ਦੀ ਰਾਏ ਵਗੈਰਾ ਲਈ ਜਾਂਦੀ ਸੀ ਕਿ ਕੀ ਕਰੀਏ। ਖੈਰ ਉੱਥੇ ਉਹ ਗਿਆ ਤੇ ਉੱਥੇ ਉਹਨੇ ਸੀਤਾਰਾਮ ਜੈਚਰੀ ਔਰ ਆਪਣੇ ਡੀ ਰਾਜਾ ਜੀ। ਜਿਹੜੇ CPI ਦੇ ਲੀਡਰ, ਉਹਨਾਂ ਨਾਲ ਗੱਲਬਾਤ ਕੀਤੀ, ਮੀਡੀਆ ਨਾਲ ਵੀ ਗੱਲ ਕੀਤੀ। ਮੀਡੀਆ ਵਾਲਿਆਂ ਨੂੰ ਕਹਿੰਦੇ ਵੀ ਮੈਂ ਕੋਈ ਇੱਥੇ ਪਹਿਲੀ ਵਾਰ ਨਹੀਂ ਆਇਆ, ਮੇਰੇ ਤਾਂ ਬੜੇ ਪੁਰਾਣੇ ਦੋਸਤਾਂ ਨਾਲ ਤਾਲੁਕਾਤ ਹੈ। ਜੀ। ਜਦੋਂ ਵੀ ਕਦੇ ਕਹਿੰਦੇ ਮੈਂ ਦਿੱਲੀ ਆਉਣਾ ਤੇ ਮੈਂ ਇਸ ਦਫ਼ਤਰ ਦੇ ਵਿੱਚ ਜ਼ਰੂਰ ਆਉਣਾ। ਇਹਦਾ ਮਤਲਬ ਹੈ ਕਿ ਉਹ ਸਮਾਜਵਾਦੀ, ਉਹ ਕਮਿਊਨਿਸਟ, ਜੀ, ਉਹ ਜਿਹੜੀ ਪੁਰਾਣੀ ਕੋਈ ਮਾੜੀ ਮੋਟੀ ਲਿਹਾਜ਼ ਹੈ। ਜਿਹੜੀ ਹੈਗੀ ਲਿਹਾਜ਼ ਹੈ, ਉਹ ਆਪਦੀ ਥਾਂ ਤੇ ਹੈਗੀ। ਫਿਰ ਉਹ ਮੁਲਾਇਮ ਸਿੰਘ ਯਾਦਵ ਦੇ ਕੋਲ ਵੀ ਗਏ। ਮੁਲਾਇਮ ਸਿੰਘ ਯਾਦਵ ਨੂੰ ਜਦੋਂ ਮਿਲਣ ਵਾਸਤੇ ਗਏ ਤੇ ਉਹਨਾਂ ਦੇ ਨਾਲ ਉਸ ਵੇਲੇ ਜੀ ਅਖਿਲੇਸ਼ ਸਿੰਘ ਯਾਦਵ ਵੀ ਸੀਗਾ। ਗੱਲਬਾਤ ਕਰਕੇ ਬਾਹਰ ਆਏ ਤੇ ਫਿਰ ਪੁੱਛਿਆ ਉਹਨਾਂ ਨੇ, ਜੀ ਤੁਸੀਂ ਕੀ ਗੱਲਬਾਤ ਹੋਈ? ਉਹ ਕਹਿੰਦਾ ਮੈਂ ਤਾਂ ਪਤਾ ਲੈਣ ਵਾਸਤੇ ਆਇਆ ਸੀ। ਜੀ। ਥੋੜਾ ਜਿਹਾ ਬਿਮਾਰ ਸੀ, ਪਤਾ ਲੈਣ ਵਾਸਤੇ ਆਏ। ਉਹਨਾਂ ਦਾ ਮੈਦਾਨਤਾ 'ਚ ਹੈ ਮੇਰਾ ਖਿਆਲ ਹੈ ਮੁਲਾਇਮ ਸਿੰਘ ਯਾਦਵ। ਹਾਂਜੀ। ਉਹ ਕਹਿੰਦੇ ਜੀ ਫਿਰ UP ਦਾ ਕਾਰ ਵਿਹਾਰ ਕੌਣ ਦੇਖੂਗਾ? ਮੁਲਾਇਮ ਸਿੰਘ ਯਾਦਵ ਦਾ ਬੇਟਾ ਅਖਿਲੇਸ਼ ਯਾਦਵ, ਤੁਹਾਨੂੰ ਪਤਾ ਵੀ ਲਾਲ ਟੋਪੀ ਲੈ ਕੇ ਰੱਖਦੇ ਉਹਨਾਂ ਦਾ, ਉਹ ਕਲਰ ਹੈ। ਉਹ ਐਂ ਜੇ ਹੱਸ ਜੇ ਪਿਆ ਉਹਦੇ ਖੜੀ ਕਰਕੇ ਵੀ ਇਹ ਵੀ ਹੈ। ਵੱਡੀ ਗੱਲ ਇੱਕ ਇਹ ਹੈ ਜਿਹੜੀ ਮੈਨੂੰ ਪਤਾ ਲੱਗਿਆ ਕਿ ਉਹ ਸ਼ਰਦ ਯਾਦਵ ਨੂੰ ਵੀ ਮਿਲੇ। ਅੱਛਾ ਜੀ। ਮਹਾਰਾਸ਼ਟਰ ਵਾਲੇ ਨੂੰ? ਨਹੀਂ, ਸ਼ਰਦ ਯਾਦਵ ਆਪਣਾ ਇਹਨਾਂ ਦਾ ਜਿਹੜਾ ਇਹਨਾਂ ਦਾ ਹੀ ਹੈ, ਕਿਸੇ ਜ਼ਮਾਨੇ 'ਚ ਇਹਨਾਂ ਦੇ ਨਾਲ ਹੁੰਦਾ ਸੀ। ਫੂਡ ਮਿਨਿਸਟਰ ਹੈ ਉਦੋਂ। ਹਾਂ, ਸ਼ਰਦ ਯਾਦਵ ਜਿਹੜਾ ਜਨਤਾ ਦਲ ਯੂਨਾਈਟਿਡ ਹੈ, ਜਿਸ ਜਨਤਾ ਮੈਂ ਸ਼ਰਦ ਪਵਾਰ ਸਮਝ ਗਿਆ, ਸੌਰੀ। ਉਹ ਸ਼ਰਦ ਪਵਾਰ ਤਾਂ ਮਹਾਰਾਸ਼ਟਰ ਵਾਲਾ, ਉਹਨਾਂ ਨਾਲ ਤਾਂ ਤਾਲਮੇਲ ਹੈਗਾ ਹੀਗਾ। ਸ਼ਰਦ ਯਾਦਵ ਜਿਹੜਾ ਹੈਗਾ ਉਹ ਇਹਨਾਂ ਦੀ ਪਾਰਟੀ ਦਾ ਪ੍ਰੈਜ਼ੀਡੈਂਟ ਹੁੰਦਾ ਸੀ ਜੀ। ਲੇਕਿਨ ਜਦੋਂ ਮੁਲਾਇਮ ਆਪਣੇ ਤੁਹਾਡੇ ਨਿਤੀਸ਼ ਕੁਮਾਰ ਹੋਰੀ 2015 ਦੇ ਵਿੱਚ ਮੁੱਖ ਮੰਤਰੀ ਬਣੇ ਹੈ, ਇਹਨਾਂ ਵੱਲੋਂ ਸਾਂਝੇ ਮੋਰਚੇ ਵੱਲੋਂ ਜਾਂ ਮਹਾਗਠਜੋੜ ਵੱਲੋਂ ਕਰੀ, ਜਿਹਦੇ ਵਿੱਚ ਕਾਂਗਰਸ ਵੀ ਸੀ, ਜਿਹਦੇ ਵਿੱਚ ਖੱਬੇ ਪੱਖੀ ਵੀ ਸੀਗੇ, ਜਿਹਦੇ ਵਿੱਚ ਆਪਣਾ ਤੁਹਾਡਾ ਲਾਲੂ ਪ੍ਰਸਾਦ ਯਾਦਵ ਦਾ ਜਨਤਾ ਦਲ ਯੂਨਾਈਟਿਡ ਜੀ, ਉਹ ਕਿਹੜਾ ਹੈਗਾ JDR ਕਹਿੰਦੇ, ਹਾਂ JDR ਸੀ, ਉਹ ਵੀ ਵਿੱਚ ਸੀ। ਉਦੋਂ ਇਹ ਐਲਾਨ ਕਰ ਦਿੱਤਾ ਸੀਗਾ ਲਾਲੂ ਪ੍ਰਸਾਦ ਯਾਦਵ ਨੇ ਕਿ ਸੀਟਾਂ ਭਾਵੇਂ ਜਿੰਨੀਆਂ ਮਰਜ਼ੀ ਆਉਣ, ਸਾਡਾ ਮੁੱਖ ਮੰਤਰੀ ਦਾ ਚਿਹਰਾ ਨਿਤੀਸ਼ ਕੁਮਾਰ ਹੈ, ਅਸੀਂ ਨਿਤੀਸ਼ ਕੁਮਾਰ ਨੂੰ ਬਣਾਵਾਂਗੇ। ਤੇ ਗੱਲ ਉਹੀ ਹੋਈ, ਦੋਨਾਂ ਵੇਲੇ ਤੇ ਉਹੀ ਗੱਲ ਹੋਈ ਹੈ। ਉਦੋਂ ਵੀ ਜ਼ਿਆਦਾ ਸੀਟਾਂ ਜਿਹੜੀਆਂ ਸੀ ਉਹ ਲਾਲੂ ਪ੍ਰਸਾਦ ਯਾਦਵ ਦੀਆਂ ਸੀ ਜੀ। ਇਹ ਨੰਬਰ 2 ਤੇ ਆ ਗਿਆ ਸੀ, ਪਰ ਉਹਨੇ ਮੰਨਿਆ ਵੀ ਨਹੀਂ, ਮੈਂ ਜੋ ਜਨਤਾ ਦੇ ਨਾਲ ਇਕਰਾਰ ਕੀਤਾ ਹੈ, ਜਨਤਾ ਨਾਲ ਗੱਲ ਕੀਤੀ, ਇਹਦੇ ਚਿਹਰੇ ਤੇ ਅਸੀਂ ਚੋਣਾਂ ਲੜੀਏ ਜੀ। ਉਹਨੇ ਕਹਿਤਾ ਵੀ ਛੋਟਾ ਭਰਾ ਤੇ ਆ ਲਓ ਜੀ, ਮੈਂ ਇਹਨੂੰ ਮੁੱਖ ਮੰਤਰੀ ਬਣਾਉਣਾ। ਹੋਇਆ ਕੀ ਕਿ ਵਿਚਾਲੇ ਆ ਕੇ ਜਿਵੇਂ ਹੁਣ ਇਹਨਾਂ ਨੇ ਤੋੜ ਵਿਛੋੜਾ ਕੀਤਾ ਹੈ, ਉਦੋਂ ਨਹੀਂ ਪਤਾ ਲੱਗਿਆ ਜਦੋਂ ਤੋੜ ਵਿਛੋੜਾ ਕਰ ਲਿਆ। ਤੇ ਉਸ ਤੋੜ ਵਿਛੋੜੇ ਦੇ ਵਿੱਚ ਇਲਜ਼ਾਮ ਕੀ ਲਾਇਆ ਜੀ ਕਿ ਜੀ ਭ੍ਰਿਸ਼ਟਾਚਾਰ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਭ੍ਰਿਸ਼ਟਾਚਾਰ ਦੇ ਵਿੱਚ ਕਿਉਂਕਿ ਲਾਲੂ ਪ੍ਰਸਾਦ ਯਾਦਵ ਨੂੰ ਸਜ਼ਾਵਾਂ ਵਗੈਰਾ ਹੋਈਆਂ ਸੀ, ਉਹ ਚਾਰੇ ਵਾਲਾ ਮਾਮਲਾ ਸੀ। ਉਹ ਤੋਂ ਬਾਅਦ ਉਹਨਾਂ ਨੇ BJP ਨਾਲ ਮਿਲ ਕੇ ਚੋਣਾਂ ਲੜ ਲਈਆਂ, ਪਹਿਲਾਂ ਸਰਕਾਰ ਬਣਾ ਲਈ, ਫਿਰ ਚੋਣਾਂ ਲੜ। ਚੋਣਾਂ ਲੜਨ ਵੇਲੇ BJP ਵਾਲਿਆਂ ਨੇ ਵੀ ਕਹਿੰਦਾ ਵੀ ਚਿਹਰਾ ਤੈਨੂੰ ਬਣਾਵਾਂਗੇ। ਹੁਣ BJP ਵਾਲਿਆਂ ਨੇ ਚਿਹਰਾ ਬਣਾਉਣ ਦਾ ਫੈਸਲਾ ਕਰ ਲਿਆ, ਲੇਕਿਨ ਉਹ BJP ਵਾਲੇ ਸੀ, ਕਾਂਗਰਸ ਵਾਲੇ ਹੈ ਨਹੀਂ ਸੀ। ਵੋਟਾਂ ਟਿਕਟਾਂ ਵੰਡ ਕੇ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਆ ਲਓ ਤੇ ਆਪਣੇ ਬੰਦੇ ਖੜੋ ਕਰੋ, ਮੁੱਖ ਮੰਤਰੀ ਵੀ ਤੁਹਾਨੂੰ ਬਣਾ ਲਾਂਗੇ। ਨਾਲ ਉਹਨਾਂ ਨੇ ਰਾਮ ਬਿਲਾਸ ਪਾਸਵਾਨ ਦਾ ਮੁੰਡਾ ਜਿਹੜਾ ਚਿਰਾਗ ਪਾਸਵਾਨ, ਉਹਨੂੰ ਉਂਗਲ ਲਾਤੀ। ਅੱਛਾ, ਵੀ ਤੂੰ ਭਾਈ ਬੰਦੇ ਖੜੇ ਕਰ। ਜਿਨ੍ਹਾਂ ਸੀਟਾਂ ਦੇ ਉੱਤੇ ਨਿਤੀਸ਼ ਕੁਮਾਰ ਦੇ ਜਨਤਾ ਦਲ ਦੇ ਬੰਦੇ ਖੜੇ ਹੋਏ ਸੀ, ਉੱਥੇ ਹੀ ਪਾਸਵਾਨ ਨੇ ਆਪਣੇ ਬੰਦੇ ਖੜੇ ਕਰਤੇ ਸਾਰੀਆਂ ਸੀਟਾਂ। ਇੰਟਰਸਟਿੰਗ ਗੱਲ ਇਹ ਕਿ BJP ਦੇ ਖਿਲਾਫ ਇੱਕ ਵੀ ਬੰਦਾ ਨਹੀਂ ਖੜਾ ਕੀਤਾ। BJP ਦੇ ਜਿਹੜੇ ਬੰਦੇ ਜਿਹੜੀਆਂ ਸੀਟਾਂ ਨਿਤੀਸ਼ ਕੁਮਾਰ ਨੂੰ ਛੱਡੀਆਂ ਸੀ ਜਾਂ ਇਹਦੀ ਪਾਰਟੀ ਨੂੰ ਛੱਡੀਆਂ ਸੀ, BJP ਦੇ ਜਿਹੜੇ ਬੰਦੇ ਉੱਥੇ ਟਿਕਟਾਂ ਮੰਗਦੇ ਸੀ, ਉਹ ਟਿਕਟਾਂ ਮੰਗਣ ਵਾਲਿਆਂ ਨੂੰ ਉਹਨੇ ਆਪਦੇ ਕੈਂਡੀਡੇਟ ਬਣਾ ਲਿਆ। ਲੋਕ ਜਨ ਸ਼ਕਤੀ ਪਾਰਟੀ ਦੇ ਆਪਦੇ ਕੈਂਡੀਡੇਟ ਬਣਾ ਕੇ ਉਹ ਸੀਟਾਂ ਇੰਨੀਆਂ ਕੁ ਲੈ ਗਏ ਕਿ BJP ਨੰਬਰ 1 ਦੀ ਪਾਰਟੀ ਹੈਗੀ ਤੇ ਜਿਹੜਾ ਹੈਗਾ ਇਹ ਨੰਬਰ 2 ਤੇ ਆ ਗਿਆ। ਵੈਸੇ ਜੇ ਇਹਨਾਂ ਦੋਨਾਂ ਨਾਲੋਂ ਦੇਖੀ ਤਾਂ ਵੱਧ ਸੀਟਾਂ ਜਿਹੜੀਆਂ ਹੈਗੀਆਂ ਲਾਲੂ ਪ੍ਰਸਾਦ ਯਾਦਵ ਦੀਆਂ ਸੀ। ਅੱਛਾ ਜੀ। ਸਭ ਤੋਂ ਜ਼ਿਆਦਾ ਸੀਟਾਂ ਜੇ ਬਿਹਾਰ ਦੇ ਵਿੱਚ ਹੈ ਤਾਂ ਉਹ ਲਾਲੂ ਪ੍ਰਸਾਦ ਯਾਦਵ ਕੋਲੇ ਹੈ। ਇਹ ਉਹ ਇਵੇਂ ਜਿਵੇਂ ਖੜਾ ਖੜੋਤਾ ਛੱਡ ਕੇ ਜੀ ਹੁਣ ਉਹਨਾਂ ਨੂੰ ਆ ਗਿਆ। ਉੱਥੇ ਉਹ ਕਹਿੰਦਾ ਵੀ ਫਿਰਕਾ ਪ੍ਰਸਤੀ ਨਾਲ ਆਪਣੀ ਸਾਂਝ ਨਹੀਂ ਪੈ ਸਕਦੀ। ਇਹ ਮੰਨਿਆ ਕਿ ਨਾ ਤਾਂ ਇਹ ਬੰਦਾ ਫਿਰਕਾ ਪ੍ਰਸਤ ਹੈ। ਇਹ ਵੀ ਗੱਲ ਠੀਕ ਹੈ ਕਿ ਇੱਥੇ ਭ੍ਰਿਸ਼ਟਾਚਾਰ ਦੇ ਦੋਸ਼ ਕਦੇ ਨਹੀਂ ਲੱਗੇ। ਮੈਨੂੰ ਲੱਗਦੀ ਹੈ ਕਿਸੇ ਵੀ ਪੋਲੀਟੀਕਲ ਲੀਡਰ ਦੀ ਗੱਲ ਕਰ ਲਓ ਤੁਸੀਂ, ਹਰ ਪੋਲੀਟੀਕਲ ਲੀਡਰ ਪੰਜਾਬ ਦੇ ਆਪਾਂ ਉਂਗਲਾਂ ਤੇ ਗਿਣੇ ਜਾਣ ਵਾਲੇ ਲੀਡਰ ਹੈ, ਇੱਕ ਦਾ ਨਾਂ ਲੈ ਲਓ ਤੇ ਉਹਦੇ ਆਪਾਂ ਪੋਤਿਆਂ ਤੱਕ ਦੇ ਵੀ ਨਾਂ ਜਾਣਦੇ। ਬਿਲਕੁਲ ਲੋਕਾਂ ਤੱਕ ਗੱਲ ਪਹੁੰਚੀ ਵੀ ਹੈ, ਕਿਉਂਕਿ ਜਦੋਂ ਨਿਕਲਦੇ ਹੈ
ਨਾਲ ਗਾਰਦਾਂ ਚੱਲਦੀਆਂ ਤੇ ਸਾਰਾ ਹੂਟਰ ਵੱਜਦੇ, ਅਗਲਾ ਕਹਿੰਦਾ ਕੌਣ ਹੈ, ਫਲਾਣੇ ਦਾ ਪੋਤਰਾ ਤੇ ਫਲਾਣੇ ਦਾ ਪੁੱਤ ਹੈ। ਨਤੀਸ਼ ਕੁਮਾਰ ਦਾ ਬੇਟਾ ਉਹਦੇ ਨਾਲ ਰਹਿੰਦਾ ਹੈ। ਜੀ। ਲੋਕਾਂ ਨੂੰ ਇਹ ਨਹੀਂ ਪਤਾ ਕਿ ਨਤੀਸ਼ ਕੁਮਾਰ ਦੇ ਪੁੱਤ ਵੀ ਹੈਗਾ। ਉਹ ਆਪਦਾ ਕਾਰੋਬਾਰ ਕਰਦਾ, ਆਪਦਾ ਬਿਜ਼ਨਸ ਕਰਦਾ, ਸੀਐਮ ਹਾਊਸ ਦੇ ਵਿੱਚ ਰਹਿੰਦਾ ਹੈ। ਅੱਛਾ ਜੀ। ਲੇਕਿਨ ਲੋ ਪ੍ਰੋਫਾਈਲ, ਬਹੁਤ ਜ਼ਿਆਦਾ ਲੋ ਪ੍ਰੋਫਾਈਲ। ਸੋ ਜਦੋਂ ਸ਼ਰਦ ਯਾਦਵ ਨੇ ਦੇਖਿਆ ਵੀ ਤੂੰ ਗਲਤ ਕਰ ਲਿਆ ਫੈਸਲਾ, ਉਹ ਕਹਿੰਦਾ ਤੂੰ ਕਮਿਊਨਲ ਪਾਰਟੀ ਨਾਲ ਬੀਜੇਪੀ ਨਾਲ ਚਲਾ ਗਿਆ, ਇਹ ਬਰਦਾਸ਼ਤ ਨਹੀਂ था। ਉਹ ਬੰਦੇ ਨੂੰ ਫਿਰ ਇਹਨਾਂ ਨੇ, ਉਹ ਰਾਜ ਸਭਾ ਦਾ ਮੈਂਬਰ ਸੀ, ਰਾਜ ਸਭਾ ਦੀ ਟਿਕਟ ਵੀ ਨਹੀਂ ਦਿੱਤੀ ਤੇ ਪ੍ਰਧਾਨਗੀ ਤੋਂ ਲਾਤਾ ਸੀ। ਅੱਛਾ ਜੀ। ਉਹਨੇ ਫਿਰ ਕਾਬ ਦਾ ਦਲ ਬਣਾ ਲਿਆ ਸੀ। ਚਲੋ ਕੱਲਾ ਬੰਦਾ, ਬਜ਼ੁਰਗ ਬੰਦਾ, ਤੇ ਹੁਣ ਕੱਲੇ ਦਾ ਕੀ ਬਣਦਾ। ਉਹਨੂੰ ਵੀ ਫਿਰ ਮਿਲ ਕੇ ਆਇਆ ਨਤੀਸ਼ ਕੁਮਾਰ। ਉਹਨੇ ਫਿਰ ਇੱਕ ਗੁਰ ਦਿੱਤਾ। ਉਹ ਕਹਿੰਦਾ ਮਿੱਤਰਾ, ਇਹ ਹੈ ਕਿ ਤੂੰ ਇਤਿਹਾਸ ਦੇ ਵਿੱਚ ਆਪਣਾ ਨਾਂ ਲਿਖਾ। ਤੂੰ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਿਲਕੁਲ ਨਾ ਲਾ ਜੀ। ਤੂੰ ਸਮੁੱਚੀ ਆਪੋਜੀਸ਼ਨ ਨੂੰ ਇਕੱਠੀ ਕਰਨ ਦੀ ਕੋਸ਼ਿਸ਼ ਕਰ। ਜੇ ਸਮੁੱਚੀ ਨਹੀਂ ਤਾਂ ਘੱਟੋ ਘੱਟ 40-50 ਪੈਸੇ ਤਾਂ ਇਕੱਠੀ ਕਰ, ਘੱਟੋ ਘੱਟ ਜਿਹੜੀਆਂ ਲਾਈਕ ਮਾਈਂਡਡ ਪਾਰਟੀਆਂ ਉਹ ਤਾਂ ਇਕੱਠੀਆਂ ਹੋ ਜਾਣ। ਉਹਦੇ ਵਿੱਚ ਫਿਰ ਉਹਨੇ ਜਿਹੜਾ ਸੋਚ ਵਿਚਾਰ ਕੇ ਉਹ ਕਹਿੰਦਾ ਬਿਲਕੁਲ ਗੱਲ ਇਹੀ ਹੈ। ਹੁਣ ਜਿੱਥੇ ਵੀ ਕਿਤੇ ਜਾਂਦਾ ਉੱਥੇ ਜਾ ਕੇ ਇਹ ਕਹਿੰਦਾ ਕਿ ਮੈਂ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਨਹੀਂ ਜੀ, ਮੈਂ ਪ੍ਰਧਾਨ ਮੰਤਰੀ ਵਾਲਾ ਚਿਹਰਾ ਨਹੀਂ ਬਣਨਾ, ਮੈਂ ਤਾਂ ਆਪੋਜੀਸ਼ਨ ਨੂੰ ਇਕੱਠਿਆਂ ਕਰਨਾ। ਜਿੱਥੋਂ ਤੱਕ ਮੈਨੂੰ ਜਾਣਕਾਰੀ ਮਿਲੀ ਹੈ ਕਿ 13 ਪਾਰਟੀਆਂ ਦੀ ਸ਼ਨਾਖਤ ਕੀਤੀ ਹੈ ਉਹਨੇ ਕਿ ਇਹ 13 ਪਾਰਟੀਆਂ ਸਾਡੇ ਨਾਲ ਆ ਸਕਦੀਆਂ ਜੀ। ਸਭ ਤੋਂ ਪਹਿਲਾਂ ਉਹਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਰਾਹੁਲ ਗਾਂਧੀ ਸਿਧਾਂਤਕ ਤੌਰ ਤੇ ਸਹਿਮਤ ਹੋ ਗਿਆ ਕਿ ਠੀਕ ਹੈ, ਤੁਸੀਂ ਅੱਗੇ ਲੱਗੋ, ਅਸੀਂ ਤੁਹਾਨੂੰ ਉਹਦਾ ਲੀਡਰ ਮੰਨਦੇ ਹਾਂ, ਆਪੋਜੀਸ਼ਨ ਨੂੰ ਇਕੱਠਿਆਂ ਕਰੋ। ਤੇ ਰਾਹੁਲ ਗਾਂਧੀ ਦਾ ਆਪਾਂ ਨੂੰ ਪਤਾ ਹੈ ਕਿ ਮੇਰੀ ਅੱਜ ਕਿਸੇ ਬਹੁਤ ਵਿਦਵਾਨ ਬੰਦੇ ਨਾਲ ਗੱਲ ਹੋਈ ਜੀ। ਉਹ ਦੱਸ ਰਿਹਾ ਸੀ ਕਿ ਅਮਰਤਿਆ ਸੇਨ ਨਾਲ ਇੱਕ ਰਾਹੁਲ ਗਾਂਧੀ ਨੇ ਬੜੀ ਲੰਮੀ ਚੌੜੀ ਗੱਲਬਾਤ ਕੀਤੀ ਸੀ। ਅੱਛਾ ਜੀ। ਤੇ ਅਮਰਤਿਆ ਸੇਨ ਨੇ, ਮੈਂ ਤਾਂ ਨਹੀਂ ਪੜ੍ਹਿਆ ਕਿਉਂਕਿ ਆਪਾਂ ਨੇ ਕੋਲੇ ਇੰਨਾ ਕੁਛ ਨਹੀਂ ਤਾਂ, ਅਮਰਤਿਆ ਸੇਨ ਨੇ ਜਿਹੜੀ ਮੁਲਾਕਾਤ ਕੀਤੀ ਸੀ ਜੀ, ਉਹ ਤੋਂ ਬਾਅਦ ਉਹਨੇ ਲਿਖਿਆ ਸੀ ਕਿ ਇਹ ਬੰਦਾ ਬਾਹਲੀ ਦੇਰ ਜਿਉਂਦਾ ਨਹੀਂ ਰਹਿ ਸਕਦਾ। ਉਹ ਕਹਿੰਦਾ ਵੀ ਜਿੰਨਾ ਇਹ ਸਪਸ਼ਟ ਹੈ, ਜਿੰਨਾ ਸੈਕੂਲਰਿਜ਼ਮ ਦੇ ਉੱਤੇ ਬੰਦੇ ਦਾ ਸਟੈਂਡ ਹੈ ਤੇ ਜਿੰਨੀ ਇਹਦੇ ਚ ਦੇਸ਼ ਪ੍ਰਤੀ ਇਸ ਬੰਦੇ ਦੇ ਵਿੱਚ ਫਿਕਰਮੰਦੀ ਹੈ ਜੀ, ਇਹੋ ਜਿਹਾ ਬੰਦਾ ਲੰਬਾ ਸਮਾਂ ਜਿਉਂਦਾ ਸਰਵਾਈਵ ਨਹੀਂ ਕਰਦਾ, ਕਰ ਨਹੀਂ ਦਿੰਦੀ। ਇਹਦਾ ਮਤਲਬ ਇਹ ਹੈ ਕਿ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ, ਭਾਵੇਂ ਠੀਕ ਹੈ ਉਹਨੂੰ ਪੱਪੂ ਬਣਾਤਾ। ਆਪਾਂ ਵੀ ਉਹਦੇ ਆਲੋਚਕਾਂ, ਉਹਦੇ ਆਲੇ ਦੁਆਲੇ ਜਿਹੜੇ ਬੰਦੇ ਰੱਖੇ ਵੀ ਆ, ਉਹਦੀ ਜਿਹੜੀ ਟੀਮ, ਉਹਦੀ ਟੀਮ ਕੋਈ ਬਹੁਤੀ ਚੰਗੀ ਨਹੀਂ, ਉਹਦੀ ਟੀਮ ਇਹਦੇ ਬੜੇ ਸਿਆਪੇ ਪਏ ਹੈ। ਜੇ ਅੱਜ ਕਾਂਗਰਸ ਥੱਲੇ ਨੂੰ ਆ ਰਹੀ ਹੈ ਤਾਂ ਉਹਦਾ ਕਾਰਨ ਹੀ ਹੈ, ਕਹਿੰਦਾ ਵੀ ਬੰਦਾ ਚਲੋ ਹੈ ਨਹੀਂ। ਉਹਨੇ ਫਿਰ ਸੋਚਿਆ ਵੀ ਨਤੀਸ਼ ਅੰਕਲ ਆਏ ਘਰੇ ਤੇ ਹੁਣ ਕਰੀਏ ਕੀ। ਠੀਕ ਹੈ, ਕੋਈ ਗੱਲ ਨਹੀਂ, ਤੁਸੀਂ ਕਰੋ। ਫਿਰ ਇਹ ਮਤਲਬ ਜਿਹੜਾ ਹੁਣ ਕਿਉਂਕਿ 2-3 ਪਾਰਟੀਆਂ ਹੋਰ ਹੈ ਜੀ, ਜਿਹੜੀਆਂ ਪਾਰਟੀਆਂ ਕਾਂਗਰਸ ਪਾਰਟੀ ਦੀ ਸਰਦਾਰੀ ਮੰਨਣ ਨੂੰ ਤਿਆਰ ਨਹੀਂ। ਉਹਨਾਂ ਦੇ ਵਿੱਚੋਂ ਇੱਕ ਹੈਗਾ KCR। ਅੱਛਾ ਜੀ। ਕੇ ਚੰਦਰਸ਼ੇਖਰ ਰਾਓ, ਉਹਦੇ ਵਾਲਾ ਤਾਮਿਲਨਾਡੂ, ਤੇਲੰਗਾਨਾ ਵਾਲਾ। ਅੱਛਾ। ਉਹ ਤੇਲੰਗਾਨਾ ਵਾਲਾ ਹੈ। ਤੇਲੰਗਾਨਾ ਦੇ ਵਿੱਚ ਕਿਉਂਕਿ ਕਾਂਗਰਸ ਪਾਰਟੀ ਦਾ ਜਿਹੜਾ ਮੁਕਾਬਲਾ ਹੋ ਰਿਹਾ, ਜਿਹੜਾ ਵਿਰੋਧ ਹੈ ਜੀ, ਉਹਦੀ ਜਿਹੜੀ ਹੈਗੀ ਤੇਲੰਗਾਨਾ ਰਾਸ਼ਟਰੀ ਸੰਮਤੀ ਨਾਲ ਹੀ ਹੈ ਜੀ। ਉਹਦੇ ਨਾਲ ਇਸ ਕਰਕੇ ਉਹ ਕਹਿੰਦਾ ਵੀ ਮੇਰਾ ਤਾਂ ਇਹਨਾਂ ਨਾਲ ਵਿਰੋਧ ਆ, ਮੈਂ ਇਹਨਾਂ ਨੂੰ ਕਿਵੇਂ ਲੀਡਰ ਮੰਨਾਂ। ਤੁਸੀਂ ਦੇਖਿਆ ਹੋਣਾ ਪਿੱਛੇ ਜੇ KCR ਪੰਜਾਬ 'ਚ ਵੀ ਆਇਆ ਸੀ ਜੀ, ਪੰਜਾਬ ਦੇ ਵਿੱਚ ਆ ਕੇ ਉਹ ਭਗਵੰਤ ਮਾਨ ਹੋਰਾਂ ਨੂੰ ਵੀ ਮਿਲਿਆ ਸੀ ਔਰ ਉਹਨੇ ਆਪਣੀ ਸਟੇਟ ਵੱਲੋਂ ਪੰਜਾਬ ਦੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਨੂੰ ਮਦਦ ਵੀ ਦੇ ਕੇ ਗਿਆ ਬੰਦੇ ਦਾ। ਉਹਨਾਂ ਨੂੰ ਉਹ ਨਹੀਂ ਮੰਨਦੇ। ਔਰ ਜੇ ਆਪਾਂ ਦੇਖੀਏ ਕੇਜਰੀਵਾਲ ਵੀ ਨਹੀਂ ਮੰਨਦਾ, ਮਮਤਾ ਬੈਨਰਜੀ ਵੀ ਇਹਨਾਂ ਦੀ ਸਰਦਾਰੀ ਨਹੀਂ ਮੰਨਦੀ। ਤੇ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਅਜਿਹਾ ਲੀਡਰ ਚਾਹੀਦਾ ਜਿਹੜੇ ਲੀਡਰ ਦੇ ਪੈਰ ਵਾਲੇ ਮਜ਼ਬੂਤ ਨਾ ਹੋਣ ਜੀ, ਜਿਵੇਂ ਦੇਵਗੌੜਾ ਕੱਢ ਕੇ ਲਿਆਇਆ ਸੀ। ਪੈਰ ਬਹੁਤੇ ਮਜ਼ਬੂਤ ਨਾ ਹੋਣ, ਕੋਈ ਹੈ ਮਤਲਬ ਹੈ ਵੀ ਕਿ ਜਿਹੜਾ ਕੰਮ ਚਲਾਊ ਜਾਂ ਬੰਦਾ ਬਣ। ਕਹਿੰਦਾ ਤਾਂ ਉਹ ਹੈ ਕਿ ਮੈਂ ਪ੍ਰਧਾਨ ਮੰਤਰੀ ਨਹੀਂ ਬਣਨਾ, ਪਰ ਜਿਹੜੀ ਬੰਦਾ ਗੱਲ ਕਹਿੰਦਾ ਹੋਵੇ ਹੁੰਦੀ ਤਾਂ ਜ਼ਰੂਰ ਉਹਦੇ ਉਲਟ ਹੈ। ਕਹਿ ਜ਼ਰੂਰ ਰਿਹਾ ਕਿ ਮੈਂ ਬਣਨਾ ਨਹੀਂ, ਅਸਲ ਦੇ ਵਿੱਚ ਜੇ ਗੱਲ ਬਣਦੀ ਤਾਂ ਬਣੂਗਾ। ਉਹਨੇ ਤੇ ਸੀਟਾਂ ਉਹਨਾਂ ਨੇ ਜਿਹੜੀਆਂ ਸ਼ਨਾਖਤ ਕੀਤੀਆਂ 500 ਕੀਤੀਆਂ ਜੀ, ਕਿ 500 ਸੀਟਾਂ ਦੇ ਉੱਤੇ ਡਾਇਰੈਕਟ ਫਾਈਟ ਹੋਵੇ। ਫਿਰ ਗੱਲ BJP ਦੇ ਖਿਲਾਫ ਕੱਲਾ ਜਿਹੜਾ ਹੈਗਾ, ਇੱਕ ਸਾਰੀਆਂ ਪਾਰਟੀਆਂ ਦਾ ਇੱਕੋ ਹੀ ਕੈਂਡੀਡੇਟ ਖੜਾ ਕੀਤਾ ਜਾਵੇ। ਜਿੱਥੇ ਕਾਂਗਰਸ ਮਜ਼ਬੂਤ ਆ ਉੱਥੇ ਕਾਂਗਰਸ ਨੂੰ ਸੀਟਾਂ ਛੱਡ ਦਿਓ, ਜਿੱਥੇ ਦੂਜੀਆਂ ਰੀਜਨਲ ਪਾਰਟੀਆਂ ਉਹਨਾਂ ਨੂੰ ਕਰ ਦਿਓ। ਉਹਦਾ ਮੰਨਣਾ ਇਹ ਹੈ ਕਿ ਲੈਫਟ ਰੀਜਨਲ ਜੀ ਤੇ ਸੈਕੂਲਰ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਮੈਂ ਇਕੱਠਿਆਂ ਕਰਨਾ, ਮੇਰਾ ਖਿਆਲ ਇਹਦੇ ਵਿੱਚ ਉਹਨੂੰ ਸਕਸੈਸ ਮਿਲ ਸਕਦੀ ਹੈ ਕਿਉਂਕਿ ਉਹਦੇ ਤੇ ਇੱਕ ਉਹਦੇ ਮੌਕਾ ਪ੍ਰਸਤੀ ਦੇ ਰਾਜਸੀ ਮੌਕਾ ਪ੍ਰਸਤੀ ਦੇ ਇਲਜ਼ਾਮ ਲੱਗਦੇ ਹੈ, ਭ੍ਰਿਸ਼ਟਾਚਾਰ ਦਾ ਇਲਜ਼ਾਮ ਉੱਤੇ ਨਹੀਂ ਲੱਗਦਾ ਜੀ। ਸੋ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਸਟੋਰ ਹੈ ਤੇ ਤੁਸੀਂ ਫੂਡ ਦੇ ਜ਼ਰੀਏ $10,000 ਤੱਕ ਤੁਸੀਂ ਆਪਣੀ ਇਨਕਮ ਵਧਾਉਣੀ ਚਾਹੁੰਦੇ ਹੋ ਤਾਂ ਜਗਰੂਪ ਬਾਠ ਹੋਰਾਂ ਨਾਲ 2063806222 ਤੇ ਕਾਲ ਕਰ ਸਕਦੇ ਹੋ। ਨਿਊ ਜਰਸੀ, ਨਿਊਯਾਰਕ ਦੇ ਵਿੱਚ ਕਿਸੇ ਹਰ ਤਰ੍ਹਾਂ ਦੀ ਕੈਟਰਿੰਗ ਕਰਵਾਉਣ ਦੇ ਲਈ ਮੰਗੀ ਹੋਰਾਂ ਨਾਲ 3475670015 ਦੇ ਉੱਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ, ਫਿਰ
ਜੋੜ ਪਾਊਗੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ? ਕਾਂਗਰਸ ਨੂੰ ਖੁਦ ਨੂੰ ਜੋੜ ਪਾਊਗੀ ਕਿ ਭਾਰਤ ਨੂੰ ਵੀ ਨਾਲ ਜੋੜ ਪਾਊਗੀ? ਦੇਖੋ ਗੱਲ ਹੈ ਵੀ ਪਹਿਲਾਂ ਤਾਂ ਨਾ ਭਾਵੇਂ ਕੁਝ ਵੀ ਰੱਖ ਲੈਣ, ਪਹਿਲਾਂ ਤਾਂ ਉਹਨਾਂ ਦਾ ਕੰਮ ਇਹੋ ਹੀ ਹੈ, ਪਹਿਲਾਂ ਉਹਦਾ ਘਰ ਜੋੜ ਲਓ। ਘਰ ਜੋੜੋ। ਜੇ ਘਰ ਜੁੜੂਗਾ ਤਾਂ ਫਿਰ ਵਿਹੜਾ ਜੁੜੂ, ਤੇ ਜੇ ਵਿਹੜਾ ਜੁੜੂਗਾ ਤਾਂ ਪਿੰਡ ਜੁੜੂ, ਜੀ। ਪਿੰਡ ਜੁੜੂਗਾ ਤਾਂ ਜ਼ਿਲ੍ਹਾ, ਤੇ ਜ਼ਿਲ੍ਹੇ ਤੋਂ ਫਿਰ ਸੂਬਾ ਜੁੜ ਸਕਦਾ, ਤੇ ਫਿਰ ਸੂਬੇ ਜੁੜਨਗੇ ਤਾਂ ਕੇਂਦਰ ਦੇ ਵਿੱਚ ਕੋਈ ਗੱਲ ਬਣ ਸਕਦੀ ਹੈ। ਲੇਕਿਨ ਜਿਹੜਾ ਮੁੱਦਾ ਉਹਨਾਂ ਨੇ ਉਭਾਰਿਆ ਹੈ, ਜੀ, ਹੁਣ ਦੇਖੋ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਰੈਲੀ ਕੀਤੀ ਸੀ ਦਿੱਲੀ ਦੇ ਵਿੱਚ, ਔਰ ਬਹੁਤ ਲੰਬੇ ਸਮੇਂ ਬਾਅਦ ਦਿੱਲੀ 'ਚ ਕੋਈ ਵੱਡੀ ਰੈਲੀ ਹੋਈ ਹੈ। ਜੀ। ਹੱਲਾ ਬੋਲ ਰੈਲੀ, ਮਹਿੰਗਾਈ ਦੇ ਵਿਰੋਧ ਵਿੱਚ। ਪਾਰਟੀਆਂ ਤਾਂ ਬਹੁਤ ਸਾਰੀਆਂ ਹੈਗੀਆਂ, ਕੇਜਰੀਵਾਲ ਦਿੱਲੀ ਦੇ ਵਿੱਚ ਬੈਠਾ ਹੈ, ਲੇਕਿਨ ਕੇਜਰੀਵਾਲ ਹੋਰਾਂ ਨੇ ਸ਼ੁਰੂ ਦੇ ਵਿੱਚ ਜੀ ਜਨਤਕ ਜਦੋਜਹਿਦ ਕੀਤੀ, ਉਹ ਤੋਂ ਬਾਅਦ ਬਿਲਕੁਲ ਨਹੀਂ। ਮਮਤਾ ਬੈਨਰਜੀ ਦੀ ਪਾਰਟੀ, ਇਹ ਗੱਲ ਹੋਈ ਹੈ ਕਿ ਜਿਹੜੀ ਆਪਾਂ ਪਹਿਲਾਂ ਕਰਕੇ ਹਟੇ, ਉਹ ਇੱਕ ਰੀਜਨ ਦੀ ਪਾਰਟੀ ਹੈ। ਜੀ। ਥਰੂ ਆਊਟ ਕੰਟਰੀ ਉਹਨਾਂ ਦਾ ਬੇਸ ਹੈ ਨਹੀਂ। ਖਾਸ ਕਰਕੇ ਜੇ ਆਪਾਂ ਉੱਤਰੀ ਭਾਰਤ ਦੇ ਵਿੱਚ, ਦਿੱਲੀ ਦੇ ਵਿੱਚ ਜੇ ਤੁਸੀਂ ਰੈਲੀ ਕਰਨੀ ਹੈ ਤਾਂ ਤੁਹਾਨੂੰ ਉੱਤਰੀ ਭਾਰਤ ਦੇ ਵਿੱਚੋਂ ਮਦਦ ਚਾਹੀਦੀ ਹੈ। ਜੀ। ਤੇ ਉਹ ਉੱਤਰੀ ਭਾਰਤ ਦੇ ਵਿੱਚ ਕਿਤੇ ਘੱਟ ਤੇ ਕਿਤੇ ਵੱਧ ਕਾਂਗਰਸ ਪਾਰਟੀ ਦਾ ਕੁਝ ਆਧਾਰ ਹੈਗਾ। ਕੁਝ ਜੇ ਆਪਾਂ ਦੇਖੀਏ ਤਾਂ ਮੱਧ ਭਾਰਤ ਦੇ ਵਿੱਚ ਵੀ ਹੈਗਾ, ਦੱਖਣ ਦੇ ਵਿੱਚ ਹੈ, ਪਰ ਦੱਖਣ ਦੇ ਵਿੱਚੋਂ ਇੰਨੇ ਲੋਕ ਆ ਜਾਣ ਇਹ ਸੰਭਵ ਨਹੀਂ ਹੈ। ਸੰਭਵ ਨਹੀਂ ਹੈ। ਉਹਨਾਂ ਨੇ ਇੱਕ ਵੱਡੀ ਰੈਲੀ ਕੀਤੀ ਹੈ, ਰੈਲੀ ਕਰਕੇ ਇੱਕ ਥੋੜੀ ਜਿਹੀ ਚੁਣੌਤੀ ਤਾਂ ਬੀਜੇਪੀ ਨੂੰ ਉਹ ਦਿੱਤੀ ਹੈ। ਦੂਜੀ ਜੇ ਆਪਾਂ ਦੇਖੀਏ, ਇਸ ਵੇਲੇ ਦੋ ਵੱਡੀਆਂ ਚੋਣਾਂ ਆ ਗਈਆਂ ਇਹਨਾਂ ਦੇ ਸਾਹਮਣੇ। ਇੱਕ ਆ ਗਈ ਗੁਜਰਾਤ ਦੀ ਤੇ ਦੂਜੀ ਆ ਗਈ ਹਿਮਾਚਲ ਪ੍ਰਦੇਸ਼ ਦੀ। ਜੀ। ਵੈਸੇ ਪਿਛਲੇ ਦਿਨਾਂ ਦੇ ਵਿੱਚ ਗੁਜਰਾਤ ਜਾਇਆ ਰਾਹੁਲ ਗਾਂਧੀ ਜਾ ਕੇ ਆਏ। ਲੇਕਿਨ ਹਿਮਾਚਲ ਪ੍ਰਦੇਸ਼ ਦੇ ਵਿੱਚ ਅਜੇ ਆਉਣਾ ਜਾਣਾ, ਤੇ ਉਹ ਆਪਦਾ ਕੰਮ ਚਲੋ ਉਹਨਾਂ ਦੀ ਪਾਰਟੀ ਕਰੀ ਜਾਂਦੀ ਹੈ। ਇਸ ਮੌਕੇ ਦੇ ਉੱਤੇ ਉਹਨੇ ਜਿਹੜਾ ਇੱਕ ਨਾਅਰਾ ਦਿੱਤਾ ਸੀ ਕਿ ਭਾਰਤ ਜੋੜੋ, ਉਹ ਭਾਰਤ ਜੋੜੋ ਨਾਅਰਾ ਜਿਹੜਾ ਉਹਦੇ ਤੇ ਅੱਜ ਸ਼ੁਰੂਆਤ ਉਹਦੀ ਰਸਮੀ ਤੌਰ ਦੇ ਉੱਤੇ ਹੋ ਗਈ ਹੈ। ਜੀ। ਇਹ ਜਿਹੜੀ ਭਾਰਤ ਜੋੜੋ ਯਾਤਰਾ ਜੀ, ਇਹ ਕੰਨਿਆ ਕੁਮਾਰੀ ਤੋਂ ਸ਼ੁਰੂ ਹੋ ਕੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੋਂ ਸ਼ੁਰੂ ਹੋ ਕੇ ਕਸ਼ਮੀਰ ਤੱਕ ਜਾਣੀ। ਅੱਛਾ, ਏਠੋ ਤਾਂ ਨੂੰ ਜਾਣੀ ਹੈ। ਏਠੋ ਤਾਂ ਨੂੰ ਜਾਣੀ ਹੈ, ਤੇ ਇਹਦੀ ਜਿਹੜੀ ਲੰਬਾਈ ਹੈ ਕੁੱਲ, ਜੀ, ਉਹ ਲੰਬਾਈ ਹੈਗੀ ਹੈ ਜੀ ਇਹਦੀ 3570 ਕਿਲੋਮੀਟਰ। ਜੀ। ਔਰ ਕਿੰਨੇ ਰਾਜਾਂ ਨੂੰ ਨੇ ਕਵਰ ਕਰਨਾ? 12 ਰਾਜ, 5 ਜਿਹੜੇ ਹੈਗੇ ਕੇਂਦਰੀ ਸ਼ਾਸਤ ਜਿਹਨੂੰ ਆਪਾਂ ਯੂਨੀਅਨ ਟੈਰੀਟਰੀ ਕਹਿ ਦਿੰਦੇ ਆ। ਜੀ। ਔਰ ਜਿਹੜਾ ਵਕਫਾ ਇਹਦਾ ਜਿਹੜਾ ਸਮਾਂ ਹੈ, ਜੀ, ਸਮਾਂ ਕਹਿੰਦੇ ਜੀ ਇਹ ਜਿਹੜੀ ਹੈਗੀ ਹੈ 5 ਮਹੀਨਿਆਂ 'ਚ ਪੂਰੀ ਹੋਊਗੀ ਯਾਤਰਾ। ਇਹ ਸਾਰੇ ਥਾਵਾਂ ਤੇ ਇਹਨਾਂ ਦੇ ਜਿਹੜੇ ਹੈਗੇ ਸਾਰੀਆਂ ਸਟੇਟਾਂ ਦੇ ਵਿੱਚੋਂ ਚੁਣਵੇਂ ਬੰਦੇ ਨਾਲ ਲਏ। ਜੀ। ਔਰ ਇਹ ਯਾਤਰਾ ਦੇ ਰਾਹੀਂ ਇਹ ਜਾਣਗੇ। ਹੁਣ ਦਾਨੇ ਵਾਲੀ ਸਾਹਿਬ ਜਿਹੜੀ 5 ਮਹੀਨਿਆਂ ਦੀ ਯਾਤਰਾ ਹੈ, ਹਾਂਜੀ, 5 ਮਹੀਨਿਆਂ ਦੀ ਯਾਤਰਾ ਮੈਨੇ ਰੱਖਦੀ ਹੈ ਗੱਲ। ਜਿੱਥੇ ਵੀ ਜਾ ਕੇ ਗੱਲ ਕਰਨਗੇ, ਲੋਕਾਂ ਨਾਲ ਗੱਲ ਕਰਕੇ, ਜਦੋਂ ਤੁਸੀਂ ਕੋਈ ਚਾਰ ਬੰਦੇ ਨਾਲ ਜੁੜ ਨਹੀਂ, ਜਿੱਥੇ ਆਪਾਂ ਜਾਵਾਂਗੇ ਯਾਰ ਬੰਦੇ ਗੱਲ ਤਾਂ ਉੱਥੇ ਸੁਣਦੀ ਹੈ। ਆਪਾਂ ਹੁਣ ਇੱਥੇ ਡਮਰੂ ਵਜਾਉਣ ਲੱਗ ਜੀਏ, ਜੀ, ਦੋਨੇ ਜਾਣੇ ਖੜ ਜੀਏ, 20 ਬੰਦੇ ਤਾਂ ਆਪਾਂ ਨੂੰ ਆਰਾਮ ਨਾਲ ਤੇ ਜੇ ਬੰਦਾ ਤੁਹਾਡੀ ਗੱਲ ਸੁਣੂਗਾ ਤਾਂ ਤੁਸੀਂ ਕਿਸੇ ਤਰੀਕੇ ਨਾਲ ਪ੍ਰਭਾਵਿਤ ਵੀ ਹੋਊਗਾ। ਮੁੱਦੇ ਜਿਹੜੇ ਇਹਨਾਂ ਕੋਲ ਹੈਗੇ, ਮੁੱਦੇ ਬੜੇ ਇਹਨਾਂ ਕੋਲ ਇੰਪੋਰਟੈਂਟ ਹੈ। ਜੀ। ਇੱਕ ਤਾਂ ਇਹਨਾਂ ਕੋਲ ਮੁੱਦੇ ਕਿ ਮਹਿੰਗਾਈ ਸਿਖਰ ਤੇ ਹੈ। ਦੂਜਾ ਇਹਨਾਂ ਦੇ ਕੋਲ ਮੁੱਦਾ ਇਹ ਹੈ ਕਿ ਸਿਰਫ ਤੇ ਸਿਰਫ ਆਪਦੀ ਰਾਜਨੀਤੀ ਵਾਸਤੇ ਜਿਹੜੀ ਭਰਾ ਮਾਰੂ ਜੰਗ ਕਰਵਾਈ ਜਾ ਰਹੀ ਹੈ, ਕਮਿਊਨਲ ਟੈਨਸ਼ਨ ਪੈਦਾ ਕੀਤੀ ਜਾ ਰਹੀ ਹੈ ਰਾਜਸੀ ਰੋਟੀਆਂ ਸੇਕਣ ਵਾਸਤੇ, ਦੇਸ਼ ਲਈ ਘਾਤਕ ਹੈ। ਉਹ ਤੋਂ ਇਲਾਵਾ ਜਿਹੜੀ ਰਾਹੁਲ ਗਾਂਧੀ ਅਟੈਕ ਕਰ ਰਹੇ ਨਰਿੰਦਰ ਮੋਦੀ ਸਾਹਿਬ ਤੇ, ਜੀ, ਉਹ ਕਹਿੰਦਾ ਇੱਕ ਪਾਸੇ ਸਾਰਾ ਦੇਸ਼ ਹੈ, ਇੱਕ ਪਾਸੇ ਪ੍ਰਧਾਨ ਮੰਤਰੀ ਦੇ 2 ਮਿੱਤਰ ਹੈ। ਜੀ। ਇਹ 2 ਮਿੱਤਰਾਂ ਦੀ ਖਾਤਰ ਸਾਰੇ ਦੇਸ਼ ਨੂੰ ਜਿਹੜਾ ਫਾਹੇ ਚੜ੍ਹੇ ਜਾ ਰਹੇ। ਇਹਦੇ ਵਿੱਚ ਹੁਣ ਜੇ ਆਪਾਂ ਦੇਖੀਏ ਤਾਂ ਇਹਦੇ ਵਿੱਚ ਬਖਰੇਵਾਂ ਆਉਂਦਾ। 2 ਮਿੱਤਰ ਜਿਹੜੇ ਹੈਗੇ ਹੈ, ਅਦਾਨੀ ਤੇ ਅੰਬਾਨੀ, ਉਹਨਾਂ ਨੂੰ ਆਪਾਂ ਕਹਾਂਗੇ ਕਾਰਪੋਰੇਟਰ। ਉਹ ਸਿਰੇ ਦੇ ਕਾਰਪੋਰੇਟਰ ਹੁਣ ਉਹਨਾਂ ਤੋਂ ਥੱਲੇ ਲੈ ਕੇ ਹੇਠਲੇ ਪੱਧਰ ਤੱਕ ਦਾ ਜਿਹੜਾ ਵਪਾਰੀ ਹੈ, ਜਿਹੜੇ ਕਾਰੋਬਾਰੀ ਹੈ, ਕਿਉਂਕਿ ਜਦੋਂ ਤੁਸੀਂ ਇੱਕ ਦਾ ਕਾਰੋਬਾਰ, ਇੱਕ ਦਾ ਸਾਮਰਾਜ ਫੈਲਦਾ ਹੈ, ਜੀ, ਉਹ ਫਿਰ ਦੂਜਿਆਂ ਨੂੰ ਆਪਣੇ ਕਲਾਵੇ 'ਚ ਲੈਂਦਾ ਹੈ। ਜੀ, ਬਿਲਕੁਲ। ਉਹਨਾਂ ਨੂੰ ਖਾਂਦਾ ਹੈ। ਜਿਵੇਂ ਹੁਣ ਮੈਂ ਤੁਹਾਨੂੰ ਇੱਕੋ ਹੀ ਮਿਸਾਲ ਦਿਉਂ ਕਿ ਲਗਭਗ 95% ਤੋਂ ਉੱਪਰ ਜਿਹੜਾ ਹੈਗਾ ਸਾਡਾ ਇਲੈਕਟ੍ਰੋਨਿਕ ਮੀਡੀਆ, ਜੀ, ਪ੍ਰਿੰਟ ਮੀਡੀਆ, ਇਹ ਕਾਰਪੋਰੇਟ ਘਰਾਣੇ ਦੇ ਕੰਟਰੋਲ 'ਚ ਆ ਗਿਆ। ਜੀ, ਆ ਗਿਆ ਨਾ। ਇੱਕੋ ਇੱਕ ਰਹਿ ਗਿਆ ਸੀ ਜਿਹਨੂੰ ਅਸੀਂ ਲਿਬਰਲ ਕਹਿੰਦੇ, NDTV। ਨਹੀਂ, ਫਸ ਗਿਆ ਥੋੜਾ ਜਿਹਾ, ਨੀਚਾ ਫਸ ਗਿਆ। ਅੱਛਾ। NDTV ਨੂੰ ਲੈਣ ਵਾਸਤੇ ਬਹਾਨਾ ਕੀ ਕੀਤਾ? NDTV ਨੂੰ ਲੋੜ ਪੈ ਗਈ, ਪੈਸੇ ਚਾਹੀਦੇ, ਕਰਜ਼ਾ ਚਾਹੀਦਾ ਹੈ। ਕਰਜ਼ਾ ਲੈ ਲਿਆ ਉਹਨਾਂ ਨੇ ਅੰਬਾਨੀਆਂ ਤੋਂ। ਅੰਬਾਨੀਆਂ ਨੇ ਸਿੱਧਾ ਕਰਜ਼ਾ ਅੰਬਾਨੀਆਂ ਦੇ ਕੋਲ, ਉਹਨਾਂ ਦੇ ਕੋਲ ਕੰਪਨੀਆਂ ਬਣੀਆਂ, ਉਹਨਾਂ ਤੋਂ ਦੇਤਾ। ਉਹਨਾਂ ਨੇ ਇੱਕ ਕੰਪਨੀ ਦੇ ਵਿੱਚੋਂ ਦੇਤਾ ਵੀ ਆਹ ਲਓ ਜੀ, ਅਸੀਂ ਤੁਹਾਨੂੰ ਕਰਜ਼ਾ ਦੇਤਾ। ਅਡਾਨੀ ਤੇ ਅੰਬਾਨੀਆਂ ਦਾ ਆਪਸ ਵਿੱਚ ਕਲੈਸ਼ ਵੀ ਹੈ, ਜੀ, ਜਿਹੜਾ ਹੈਗਾ ਵਪਾਰਕ ਕਲੈਸ਼ ਵੀ ਹੈ। ਲੇਕਿਨ ਇੱਕ ਉਹਨਾਂ ਦੀ ਸਾਂਝ ਹੈ, ਪ੍ਰਧਾਨ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਇਹ ਪਤਾ ਕਿ ਜਿਹੜਾ ਸਾਡੇ ਲਈ ਸਭ ਤੋਂ ਘਾਤਕ ਸਾਬਤ ਹੋ ਸਕਦਾ ਟੈਲੀਵਿਜ਼ਨ, ਉਹ ਕਿਹੜਾ ਹੋ ਜੀ? NDTV। NDTV ਦੇ ਵਿੱਚੋਂ ਘਾਤਕ ਬੰਦਾ ਕੌਣ ਹੁੰਦਾ ਜੀ?
ਰਵੀਸ਼ ਕੁਮਾਰ। ਰਵੀਸ਼ ਕੁਮਾਰ ਤੋਂ ਖੜਾ ਕਿਵੇਂ ਛਡਾਇਆ ਜਾਵੇ? ਉਹ ਐਂ ਛੁੱਟਿਆ ਜੂ, ਉਹ ਐ ਛੁੱਟਿਆ ਜਾਵੇ ਕਿਉਂਕਿ ਪ੍ਰਾਉਨ ਰਾਏ ਹੈ ਜਿਹੜਾ ਪਰੋਨੋ ਰਾਏ ਕੇ ਉਹਦੀ ਵਾਈਫ ਦਾ ਨਾਮ ਮੇਰੇ ਖਿਆਲ ਰਾਧਿਕਾ ਹੈ, ਰਾਧਿਕਾ, ਹਾਂਜੀ ਰਾਧਿਕਾ ਰਾਏ ਵੀ, ਉਹ ਦੋਨੋਂ ਜਾਣੇ ਜਿਹੜੇ ਹੈਗੇ ਆ ਉਹ ਸਾਡੀ ਚਾਲ 'ਚ ਨਹੀਂ ਹੁੰਦੇ। ਵੈਸੇ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ ਉਹਨਾਂ ਬਾਰੇ, ਉਹ ਸਟੂਡੈਂਟ ਲਾਈਫ ਤੋਂ ਪ੍ਰੋ ਲੈਫਟ ਹੈ ਜੀ। ਉਹ ਪ੍ਰਕਾਸ਼ ਕਰਾਤ ਦਾ ਸਾਡੂ ਹੈ ਸਕਾ। ਸਾਡੂ ਹੈ ਸਕਾ। ਹਾਂ, ਰਾਧਿਕਾ ਜਿਹੜੀ ਹੈਗੀ ਹੈ ਉਹ ਵਰਿੰਦਾ ਕਤਾਰ ਦੀ ਸਕੀ ਭੈਣ ਹੈ। ਉਹ ਲੈਫਟ ਹੈ। ਲੈਫਟ ਹੋਣ ਕਰਕੇ ਹੁਣ ਬੰਦੇ ਦੀ ਜਿਹੜੀ ਬੁਨਿਆਦ ਬਣ ਜਾਂਦੀ ਹੈ, ਕਿਤੇ ਵੀ ਬੰਦਾ ਚਲਾ ਜਾਵੇ ਉਹ ਬੁਨਿਆਦ ਉਹਦੀ ਛੇਤੀ ਕਿਤੇ ਟੁੱਟਦੀ ਨਹੀਂ। ਹੁਣ ਤੁਸੀਂ ਦੇਖੋ ਆ ਜਿਹੜੀ ਮੈਡਮ ਆਪਣੀ ਪ੍ਰਾਈਮ ਮਿਨਿਸਟਰ ਚੁਣੀ ਗਈ ਹੈ, ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਇੱਥੋਂ ਦੀ ਇੰਗਲੈਂਡ ਦੀ, ਇਹਦੇ ਮਾਂ-ਬਾਪ ਜਿਹੜੇ ਉਹ ਲੈਫਟ ਸੀਗੇ। ਸ਼ੁਰੂ ਦੇ ਵਿੱਚ ਇਹ ਵੀ ਲੈਫਟ ਵਾਲੇ ਪਾਸੇ ਸੀ ਜੀ। ਫਿਰ ਜਿਵੇਂ ਜਿਵੇਂ ਜਵਾਨ ਹੁੰਦੀ ਗਈ, ਉਡਾਰ ਹੁੰਦੀ ਗਈ, ਚਲੋ ਰਾਜਨੀਤੀ 'ਚ ਆ ਗਈ। ਰਾਜਨੀਤੀ ਦੇ ਵਿੱਚ ਆ ਕੇ ਇਹਨੇ ਬਿਲਕੁਲ ਦੂਜਾ ਪੈਂਤਰਾ ਲੈ ਲਿਆ। ਪਰ ਅਜੇ ਵੀ ਇਹ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾ ਟੈਕਸ ਲਾਉਣ ਦੇ ਹੱਕ ਦੇ ਵਿੱਚ ਇਹ ਨਹੀਂ, ਟੈਕਸਾਂ ਦੇ ਵਿੱਚ ਰਿਲੀਫ ਦੇਣ ਦੇ ਹੱਕ ਵਿੱਚ ਹੈ, ਕਿਉਂਕਿ ਜਿਹੜਾ ਉਹਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਪਿਆ ਹੈ ਵੀ ਪਬਲਿਕ ਜਿਹੜੀ ਆਮ ਜਨਤਾ ਉਹਨੂੰ ਸੁਖਾਲਾ ਕਰੋ। ਉਹ ਜਿਹੜਾ ਕਣ ਪਿਆ, ਉਹ ਕਣ ਉਹ ਜਾਗਦਾ ਹੈ। ਇਹੀ ਚੀਜ਼ ਜਿਹੜੀ ਹੈਗੀ ਕਣ ਉਹਨਾਂ ਦੇ ਵਿੱਚ ਵੀ ਹੈਗਾ ਵੀ ਇਹ ਵੈਸੇ ਤਾਂ ਰਵੀਸ਼ ਕੁਮਾਰ ਨੂੰ ਕੱਢਦੇ ਨਹੀਂ। ਉਹਨਾਂ ਨੇ ਹੁਣ ਜਿਹੜੀ ਅੰਬਾਨੀਆਂ ਨੇ ਜਿਹੜੀ ਕੰਪਨੀ ਤੋਂ ਉਹਨਾਂ ਨੂੰ ਕਰਜ਼ਾ ਦਿੱਤਾ ਸੀ ਜੀ, ਉਹ ਕੰਪਨੀ ਖਰੀਦ ਲਈ। ਅੱਛਾ, ਕੰਪਨੀ ਖਰੀਦ ਲਈ। ਹਾਂ, ਅਡਾਨੀ ਨੇ ਕੰਪਨੀ ਖਰੀਦ ਲਈ। ਉਹਦਾ ਕੰਪਨੀ ਮੈਂ ਖਰੀਦ ਲਈ, ਮੈਂ ਕੰਪਨੀ ਖਰੀਦ ਲਈ ਤੇ ਆਜੋ ਭਾਈ, ਆਜੋ ਭਾਈ, ਮੈਂ ਤਾਂ ਸ਼ੇਅਰ ਦੇ ਉਤੇ 29% ਉਹਦਾ ਹਿੱਸਾ ਬਣਦਾ ਹੈ। ਹਾਂ, 29% ਬਾਕੀ ਕਹਿੰਦਾ ਸ਼ੇਅਰ ਆਪਾਂ ਹੋਰ ਕਰਦੇ ਹਾਂ। ਤਾਂ ਕੰਮ ਹੀ ਬੜਾ ਭੈੜਾ ਨਾ, ਜਿਹੜੇ ਕਹਿੰਦੇ ਇਸ ਤਰ੍ਹਾਂ ਦੇ ਕਰਜ਼ਾ ਕੁਰਜ਼ੇ ਵਾਲੇ ਮਾਮਲੇ ਦੇ ਵਿੱਚ ਜਿਵੇਂ ਤੋਂ ਮਰਜ਼ੀ ਹੜੱਪ ਲੈਣ। ਜਿਵੇਂ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਦੇ, ਉਹ ਜ਼ਮੀਨਾਂ ਅਕਵਾਇਰ ਕਰਨ ਨੂੰ ਕਹਿੰਦੇ ਕੰਪਨੀ ਅਕਵਾਇਰ ਕਰ ਲਈ। ਉਹ ਕੰਪਨੀ ਅਕਵਾਇਰ ਕਰਨ ਦਾ ਜਿਹੜਾ ਹੈ ਪੰਗਾ ਪੈ ਗਿਆ। ਹੁਣ ਉਹਦੇ 'ਚ ਹੋਇਆ ਕੀ ਕਿ ਅਸਲ ਦੇ ਵਿੱਚ ਉਹ ਕਰਜ਼ਈ ਹੋਣ ਕਰਕੇ ਇੱਕ ਸੇਬੀ ਦਾ ਉਹਨਾਂ ਦੇ ਉੱਤੇ ਸਟੇ ਹੈ। ਸੇਬੀ ਵਾਲਿਆਂ ਨੇ ਕਹਿ ਦਿੱਤਾ ਕਿ ਤੁਸੀਂ ਕੁਝ ਚੀਜ਼ ਵੇਚ ਨਹੀਂ ਸਕਦੇ। ਉਹ ਕਹਿੰਦੇ ਵੀ ਹੈ ਤਾਂ ਇਹ ਕੰਪਨੀ ਦੀ, ਅਸੀਂ ਕੋਈ ਲੈਣ ਦੇਣ ਨਹੀਂ ਕਰ ਸਕਦੇ, ਤੇ ਫਿਰ ਸਾਡੇ ਲੈਣਗੇ ਕਿਵੇਂ? ਇਹਦਾ ਕਰਕੇ ਉਹ ਪੇਚਾ ਪਿਆ ਵਾ। ਇਸ ਕਰਕੇ ਅਜੇ ਤੱਕ ਗਿਆ ਨਹੀਂ, ਪਰ ਉਹ ਲੈਣਾ ਚਾਹੁੰਦੇ ਹੈ, ਉਹ ਹੜਪਣਾ ਚਾਹੁੰਦੇ ਆ। ਸੋ ਮੇਰਾ ਪੁਆਇੰਟ ਇਹ ਸੀ ਜੀ ਕਿ ਜਿਵੇਂ NDTV ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਾਕੀ 95% ਮੀਡੀਆ ਤੇ ਇਹਨਾਂ ਦਾ ਕਬਜ਼ਾ ਹੈ, ਲੇਕਿਨ ਮੀਡੀਆ ਜਗਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸ਼ਖਸੀਅਤਾਂ, ਬਹੁਤ ਸਾਰੇ ਪੱਤਰਕਾਰ, ਆਮ ਲੋਕ ਜਿਹੜੇ ਹੈਗੇ ਉਹ ਹਾਂ ਦਾ ਨਾਰਾ ਮਾਰਦੇ NDTV ਵਾਲਾ, ਉਹਨਾਂ ਦੇ ਵਿਰੋਧ ਵਿੱਚ ਖੜੇ ਹੁੰਦੇ। ਸੇਮ ਪੋਜੀਸ਼ਨ ਇਹ ਹੈ ਕਿ ਅਦਾਨੀ ਤੇ ਅੰਬਾਨੀ ਹੋਰਾਂ ਦੇ ਖਿਲਾਫ ਜਿਹੜਾ ਕਾਰੋਬਾਰੀ ਲੋਕ ਹੈਗੇ ਉਹ ਲੋਕ ਵੀ ਉਵੇਂ ਜਿਵੇਂ ਖੜੇ ਹੁੰਦੇ। ਜਿਵੇਂ ਗੋਦਰੇਜ ਦੇ ਪ੍ਰਮੁੱਖ ਨੇ ਬਿਆਨ ਦੇਤਾ ਵੀ ਭਾਰਤ ਨੂੰ ਤੁਸੀਂ ਧਰਮ ਦੇ ਨਾਂ ਦੇ ਉੱਤੇ ਵੰਡਣ ਦੀ ਜਿਹੜੀ ਕੋਸ਼ਿਸ਼ ਨਾ ਕਰੋ। ਉਹ ਇਹ ਚੀਜ਼ਾਂ ਉਹੀ ਹੈ ਨਾ, ਇਸ ਕਰਕੇ ਇਸ਼ਾਰੇ ਆਉਣੇ ਸ਼ੁਰੂ ਹੋ ਗਏ। ਇਸ ਕਰਕੇ ਜਿਹੜੀ ਇਹ ਉਹਨੇ ਯਾਤਰਾ ਸ਼ੁਰੂ ਕੀਤੀ ਹੈ 5 ਮਹੀਨੇ ਦੀ ਯਾਤਰਾ, 5 ਮਹੀਨੇ ਦੀ ਯਾਤਰਾ, ਜੇ ਵੈਸੇ ਵੀ ਆਪਾਂ ਦੇਖੀਏ ਤੇ ਯਾਤਰਾਵਾਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਮਹਾਤਮਾ ਗਾਂਧੀ ਨੇ ਜਦੋਂ ਡਾਂਡੀ ਮਾਰਚ ਕੀਤਾ ਸੀ। ਉਹ ਵੀ ਯਾਤਰਾ ਹੀ ਸੀ। ਉਹ ਜਿਹੜਾ ਨਮਕ ਵਾਲਾ ਕਾਨੂੰਨ ਸੀ ਜਿਹਦੇ ਵਿੱਚ ਸਜ਼ਾ ਤੇ ਜੁਰਮਾਨੇ ਦਾ ਪ੍ਰਬੰਧ ਸੀ, ਉਹਦੇ ਖਿਲਾਫ ਉਹਨਾਂ ਨੇ ਉਹ ਮੋਰਚਾ ਲਾਇਆ ਸੀ। ਆਪਾਂ ਮੋਰਚਾ ਕਹਿ ਦਈਏ ਚਾਹੇ ਉਹਨੂੰ ਡਾਂਡੀ ਮਾਰਚ ਕਹਿ ਦਈਏ, ਤੇ ਉਹਦੇ ਵਿੱਚ ਸਫਲਤਾ ਮਿਲੀ ਸੀ ਜੀ। ਤੇ ਫਿਰ ਤਾਂ ਤੁਹਾਨੂੰ ਪਤਾ ਵੀ ਬੜਾ ਕੁਝ ਹੋਇਆ। ਕਦੇ ਫਿਰ ਗੱਲ ਕਰ ਲਾਂਗੇ ਆਪਾਂ ਇਹਨਾਂ ਯਾਤਰਾਵਾਂ ਤੇ। ਇਹ ਯਾਤਰਾ ਜਿਹੜੀ ਹੈ ਨਾ ਉਹਦੇ ਲਈ ਜੀ ਕਾਫੀ ਸਹਾਈ ਹੋ ਸਕਦੀ ਜੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਜੀ। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਾ YouTube ਚੈਨਲ ਅਤੇ Facebook ਚੈਨਲ ਦੇ ਉੱਤੇ ਤੁਸੀਂ ਕਮੈਂਟ ਜ਼ਰੂਰ ਕਰਨਾ। ਸੋ ਮੁਲਾਕਾਤ ਹੋਏਗੀ ਕੱਲ ਨੂੰ ਫਿਰ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਸ਼ਾਮ ਨੂੰ 6:30 ਵਜੇ। ਸੋ ਜੁੜੇ ਰੇਡੀਓ ਪੰਜਾਬ ਟੁਡੇ ਦੇ ਨਾਲ।